कि इन्हां बादलों ने, इन्हां अकाली दल वालिਆਂ ने, इन्हां बीजेपी वालिਆਂ ने, इन्हां कांग्रेसियां ने पंजाब दे की हालात बनाए ने। इन्हां ने कोई कसर बाकी नहीं छड्डी। आपदे तां इन्हां ने 7 तारा होटल बना लए, आपदियां तां गड्डियां दियां फ्लाइटां खड़ियां करतियां, बड़ियां बड़ियां फ्लीट्स खड़ियां करतियां। आप तां इन्हां ने जिहड़ा हैगा बड़े बड़े महल खड़े कर लए और पंजाब दे लोकां दे छोटे छोटे घर भी ढह गए। ਐਡਾ लंबा 25-30 साल का सफ़र पंजाब का जिहदे विच सिर्फ बर्बादी 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 हुई आ, उहनूं ठीक करन दे लई जे असीं कह दईए कि 4 महीने काफ़ी ने, गलत गल होਊਗੀ। सो ਉਹਦੇ ਲਈ ਸਾਨੂੰ ਸਮਾਂ ਚਾਹੀਦਾ। ਉਸ ਸਮੇਂ ਦੇ ਤਹਿਤ ਅਸੀਂ ਸਾਰਾ ਕੁਝ दुरुस्त कर देंगे, ठीक कर देंगे। पंजाब च करप्शन जिहड़ी है कदों खत्म होगी? एक बहुत बड़ा सवाल पंजाबियों के मूहरे खड़ा सी। साडे एक मंत्री के खिलाफ भी कंप्लेंट आई, साडे मंत्री के खिलाफ कंप्लेंट आई, असीं अपने मंत्री के खिलाफ भी एक्शन लिया। ਅਸੀਂ ਇਹ ਨਹੀਂ, ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਐਕਸ਼ਨ ਲੈ ਰਹੇ ਹਾਂ। ਭਾਵੇਂ ਕੋਈ ਆਪਣਾ ਹੀ ਹੋਵੇ, ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ। ਸਾਨੂੰ ਇਹ ਨਹੀਂ ਕਿ ਸਾਡਾ ਕੌਣ ਆ, ਅਸੀਂ ਕਹਿ ਰਹੇ ਜਿਹੜਾ ਵੀ ਭ੍ਰਿਸ਼ਟਾਚਾਰ ਕਰਦਾ ਉਹ ਸਲਾਖਾਂ ਦੇ ਪਿੱਛੇ ਜਾਣਾ ਚਾਹੀਦਾ। ਪੰਜਾਬ ਪੰਜਾਬੀਆਂ ਦਾ ਪੈਸਾ, ਇੱਕ ਇੱਕ ਪੈਸਾ ਜਿਹੜਾ ਉਹ ਖਜ਼ਾਨੇ 'ਚ ਹੋਣਾ ਚਾਹੀਦਾ, ਔਰ ਉਹ ਪੈਸਾ ਜਿਹੜਾ ਹੈਗਾ ਪੰਜਾਬੀਆਂ ਦੀ ਬਿਹਤਰੀ ਦੇ ਲਈ, ਪੰਜਾਬ ਦੀ ਬਿਹਤਰੀ ਦੇ ਲਈ ਲੱਗਣਾ ਚਾਹੀਦਾ। ਤੁਹਾਡੇ ਇੱਕ ਟੂਰਿਜ਼ਮ ਮਿਨਿਸਟਰ, ਉਹਨਾਂ ਦੇ ਬਾਰੇ 'ਚ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਾਰੀ ਇੱਕ ਲੈਟਰ ਜੀ ਘੁੰਮਦੀ ਨਜ਼ਰ ਆਈ ਸੀ, ਵਾਇਰਲ ਹੋਈ ਸੀ ਕਿ ਕਹਿੰਦੇ ਜੀ ਉਹਨਾਂ ਨੇ ਜਿਹੜਾ ਉਹਨਾਂ ਨੂੰ ਰਿਹਾਇਸ਼ ਗਵਰਨਮੈਂਟ ਜਿਹੜੀ ਰਿਹਾਇਸ਼ ਮਿਲੀ ਹੈ ਉਸ ਦੀ ਉਹਨਾਂ ਨੇ ਰੈਨੋਵੇਸ਼ਨ ਕਰਵਾਉਣੀ ਹੈ। ਬਹੁਤ ਲੰਮਾ ਚੌੜਾ ਜਿਹੜਾ ਉਹਦੇ 'ਚ ਇੱਕ ਖਾਕਾ ਤੇ ਬਜਟ ਰੱਖਿਆ ਗਿਆ ਸੀ। ਉਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੜਾ ਸਪਸ਼ਟ ਕੀਤਾ ਗਾ ਕਿ ਜਿਸ ਤਰ੍ਹਾਂ ਦੀ ਵੀ ਕੰਡੀਸ਼ਨ ਦੇ ਵਿੱਚ ਜਿਹੜਾ ਉਹ ਮਕਾਨ ਮਿਲਿਆ ਉਸੇ ਤਰ੍ਹਾਂ ਉਸ ਦੇ ਵਿੱਚ ਰਹਿਣ। ਹਾਂ ਠੀਕ ਆ, ਜਿਹੜੀ ਬੇਸਿਕ ਕੋਈ ਜਿਹੜੀ ਆ ਲੋੜ ਜ਼ਰੂਰਤ ਹੁੰਦੀ ਹੈ ਕਿਸੇ ਚੀਜ਼ ਨੂੰ ਚੇਂਜ ਕਰਨ ਦੀ ਉਹ ਹੋਊਗੀ, ਕੋਈ ਐਕਸਟਰਾ ਜਿਹੜਾ ਹੈਗਾ ਕਿਤੇ ਵੀ ਨਹੀਂ ਲਾਇਆ ਜਾਊਗਾ। ਪਰ ਲੇਕਿਨ ਮੇਰੀ ਮਿਨਿਸਟਰ ਸਾਹਿਬਾਨ ਦੇ ਨਾਲ ਗੱਲ ਹੋਈ ਸੀ, ਕੋਈ ਇਸ ਤਰ੍ਹਾਂ ਦਾ ਲੈਟਰ ਜਿਹੜਾ ਉਹਨਾਂ ਨੇ ਜਾਰੀ ਨਹੀਂ ਕੀਤਾ ਹੈਗਾ। ਕਈ ਵਾਰ ਫੇਕ ਕਿਸਮ ਦੀਆਂ ਗੱਲਾਂ, ਝੂਠੀਆਂ ਕਿਸਮ ਦੀਆਂ ਗੱਲਾਂ ਆਪੋਜੀਸ਼ਨ ਪਾਰਟੀਆਂ ਸੋਸ਼ਲ ਮੀਡੀਆ 'ਤੇ ਕਰਦੀਆਂ ਰਹਿੰਦੀਆਂ ਨੇਗੀਆਂ। ਜਿਹੜਾ ਇਹਨਾਂ ਪੋਲੀਟੀਕਲ ਪਾਰਟੀਆਂ ਨੇ, ਚਾਹੇ ਅਕਾਲੀ ਦਲ ਆ, ਕਾਂਗਰਸ ਆ, ਬੀਜੇਪੀ ਹੈ, ਇਹਨਾਂ ਨੇ ਮਾਫੀਆ ਇੱਕ ਪੈਦਾ ਕੀਤਾ ਸੀ। ਟਰਾਂਸਪੋਰਟ ਦੇ ਖੇਤਰ 'ਚ ਮਾਫੀਆ ਪੈਦਾ ਕਰ ਲਿਆ, ਸ਼ਰਾਬ ਦੇ ਖੇਤਰ 'ਚ ਮਾਫੀਆ ਪੈਦਾ ਕਰ ਲਿਆ, ਰੇਤ ਦੇ ਖੇਤਰ 'ਚ ਮਾਫੀਆ ਪੈਦਾ ਕਰ ਲਿਆ, ਔਰ ਲੈਂਡ ਦੇ ਖੇਤਰ 'ਚ ਮਾਫੀਆ ਪੈਦਾ ਕਰ ਲਿਆ। ਬਹੁਤ ਸਾਰੇ ਮਾਫੀਏ ਹੋਰ ਵੀ, ਜੇ ਆਪਾਂ ਨਾਮ ਲੈਣ ਲੱਗੇ ਬੜਾ ਸਮਾਂ ਲੱਗ ਜੂਗਾ। ਉਹ ਮਾਫੀਏ ਜਿਹੜੇ ਇਹਨਾਂ ਨੇ ਪੈਦਾ ਕੀਤੇ ਸੀ, ਉਹਨਾਂ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਸਾਡੀ ਲਾਈ ਸੀ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਲਾਈ ਸੀ। ਉਸ ਦੇ ਤਹਿਤ ਕੰਮ ਜਿਹੜਾ ਸ਼ੁਰੂ ਹੋ ਚੁੱਕਿਆ। ਸਤਿ ਸ਼੍ਰੀ ਅਕਾਲ ਜੀ। ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਮਨੀ ਮੇਕਸ ਦ ਮੇਅਰ ਗੋ। ਪੈਸਾ ਕਾਫੀ ਵੱਡੀ ਗੱਲ ਹੁੰਦੀ ਹੈ, ਚਾਹੇ ਘਰ ਚਲਾਉਣਾ ਹੋਵੇ, ਚਾਹੇ ਸੂਬਾ ਚਲਾਉਣਾ ਹੋਵੇ, ਚਾਹੇ ਦੇਸ਼ ਚਲਾਉਣਾ ਹੋਵੇ। ਅੱਜ ਮੈਂ ਤੁਹਾਡੇ ਨਾਲ ਐਵੇਂ ਦੀ ਗੱਲ ਕਰਦੀ ਹੋਈ ਸ਼ਾਇਦ ਤੁਹਾਨੂੰ ਲੱਗੇਗਾ ਮੈਂ ਮਟੀਰੀਅਲਿਸਟਿਕ ਲੱਗ ਰਹੀ ਹਾਂ, ਪਰ ਮੈਂ ਮਟੀਰੀਅਲਿਸਟਿਕ ਨਹੀਂ ਹਾਂ। ਅੱਜ ਮੈਂ ਇਹੋ ਜਿਹੀ ਸ਼ਖਸੀਅਤ ਨਾਲ ਬੈਠੀ ਹੋਈ ਹਾਂ ਜਿਨ੍ਹਾਂ ਦਾ ਸਿੱਧਾ ਸਿੱਧਾ ਹਿਸਾਬ ਕਿਤਾਬ ਤੇ ਪੈਸੇ ਨਾਲ ਲੈਣਾ ਦੇਣਾ ਹੈ। ਸਾਡੇ ਸੂਬੇ ਦੇ ਫਾਈਨੈਂਸ ਮਿਨਿਸਟਰ ਨੇ ਹਰਪਾਲ ਚੀਮਾ ਜੀ। ਮੈਂ ਤੁਹਾਨੂੰ ਉਹਨਾਂ ਨਾਲ ਰੂਬਰੂ ਕਰਵਾਉਂਦੀ ਹਾਂ। ਹਰਪਾਲ ਚੀਮਾ ਜੀ ਨਾਲ ਅੱਜ ਅਸੀਂ ਗੱਲਬਾਤ ਕਰਨ ਆਏ ਹਾਂ, ਸਵਾਲ ਨਹੀਂ ਕਰਨ ਆਏ, ਗੱਲਾਂ ਬਾਤਾਂ ਕਰਨ ਆਏ ਹਾਂ, ਕੁਝ ਦਿਲ ਦੀਆਂ ਗੱਲਾਂ। ਚੀਮਾ ਜੀ, ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤੁਸੀਂ ਅੱਜ ਸਾਡੀ ਜਿਹੜੀ ਸੰਗਤ ਹੈਗੀ ਹੈ, ਸਾਡੀ D5 ਚੈਨਲ ਦੀ ਜਿਹੜੇ ਸਰੋਤੇ ਨੇ ਉਹਨਾਂ ਦੇ ਨਾਲ, ਜਾਂ ਵਿਊਅਰਸ ਜਿਹੜੇ ਨੇ ਉਹਨਾਂ ਨਾਲ ਅੱਜ ਜੁੜੇ ਹੋ। ਤੁਹਾਡੀ ਸ਼ਖਸੀਅਤ ਬੜੀ ਡਿਫਰੈਂਟ ਟਾਈਪ ਦੀ ਹੈਗੀ ਹੈ। ਮੈਂ ਤੁਹਾਨੂੰ ਜਾਣਨ ਆਈ ਹਾਂ, ਗੱਲਬਾਤ ਕਰਨ ਆਈ ਹਾਂ, ਪੱਤਰਕਾਰ ਹੈਗੀ ਹਾਂ, ਪਰ ਸਵਾਲ ਨਹੀਂ ਦਾਗਣ ਆਈ। ਤੁਸੀਂ ਐਜ਼ ਐਨ ਐਡਵੋਕੇਟ ਸੀਗੇ ਪਹਿਲੇ, 2017 'ਚ ਪੋਲੀਟਿਕਸ 'ਚ ਪੈਰ ਰੱਖਦੇ ਹੋ। ਉਸ ਤੋਂ ਪਹਿਲੇ ਤੁਸੀਂ ਇੱਕ ਸਟੂਡੈਂਟ ਵੀ ਸੀਗੇ, ਸਟੂਡੈਂਟ ਪੋਲੀਟਿਕਸ 'ਚ ਵੀ ਰਹੇ ਹੈਗੇ ਹੋ। ਉਹ ਸਫ਼ਰ ਕਿਵੇਂ ਦਾ ਸੀ ਤੁਹਾਡਾ? ਬਿਲਕੁਲ, ਰਾਜਨੀਤੀ ਵਿੱਚ ਮੈਂ ਜਦੋਂ ਆਇਆ 2017 'ਚ ਨਹੀਂ ਆਇਆ। ਮੈਂ ਸਟੂਡੈਂਟ ਦੇ ਵਿੱਚ ਜਦੋਂ ਪੜ੍ਹਾਈ ਕਰ ਰਿਹਾ ਸੀਗਾ, ਚਾਹੇ ਰਣਵੀਰ ਕਾਲਜ ਸੰਗਰੂਰ ਦੀ ਗੱਲ ਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਆ, ਉਦੋਂ ਵੀ ਮੈਂ ਜਿੰਨੀਆਂ ਵੀ ਵਿਦਿਆਰਥੀ ਜਿਹੜੀਆਂ ਜਥੇਬੰਦੀਆਂ ਸੀ ਸਾਡੀਆਂ, ਉਹਨਾਂ ਸਾਰੀਆਂ ਦੇ ਵਿੱਚ ਮੈਂ ਆਪਣਾ ਹਿੱਸਾ ਪਾਉਂਦਾ ਸੀ। ਖਾਸ ਕਰਕੇ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦਾ ਮੈਂ ਪੰਜਾਬੀ ਯੂਨੀਵਰਸਿਟੀ ਦੀ ਇਕਾਈ ਦਾ ਪ੍ਰਧਾਨ ਰਿਹਾ। ਔਰ ਉਸ ਤੋਂ ਬਾਅਦ ਸਾਡੀ ਬਾਰ ਐਸੋਸੀਏਸ਼ਨ, ਜਦੋਂ ਮੈਂ ਇਲੈਕਸ਼ਨ ਲੜੀ ਆ, ਸੰਗਰੂਰ ਦੀ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਸੀਗਾ, ਔਰ ਉਸ ਤੋਂ ਪਹਿਲਾਂ ਵਾਈਸ ਪ੍ਰਧਾਨ ਦੀ ਇਲੈਕਸ਼ਨ ਲੜੀ। ਔਰ ਰਾਜਨੀਤੀ ਦੇ ਖੇਤਰ ਦੇ ਵਿੱਚ ਕਾਫੀ ਪੁਰਾਣਾ ਜਿਹੜਾ ਹੈਗਾ ਮੇਰਾ ਬਾਹਰ ਰਿਹਾ ਗਾ, ਔਰ ਲੋਕਾਂ ਦੀ ਸੇਵਾ ਲਗਾਤਾਰ ਬਤੌਰ ਐਡਵੋਕੇਟ ਵੀ ਕਰਦੇ ਰਹੇ। ਔਰ ਉਸ ਤੋਂ ਬਾਅਦ ਮੇਰੇ ਹਲਕੇ ਦੇ ਲੋਕਾਂ ਨੇ, ਹਲਕਾ ਦੜਬਾ ਦੇ ਲੋਕਾਂ ਨੇ ਮਾਣ ਬਖਸ਼ਿਆ। 2017 'ਚ ਮੈਨੂੰ ਪੰਜਾਬ ਦੀ ਵਿਧਾਨ ਸਭਾ ਦਾ ਮੈਂਬਰ ਬਣਾਇਆ, MLA ਬਣਾ ਕੇ ਭੇਜਿਆ, ਔਰ ਉਸ ਤੋਂ ਬਾਅਦ ਲਗਾਤਾਰ ਲੋਕਾਂ ਦੀ ਸੇਵਾ ਕਰਦੇ ਰਹੇ।
ਪਾਰਟੀ ਨੇ ਸਾਡੇ ਪੰਜਾਬ ਦੇ ਉਸ ਸਮੇਂ ਪ੍ਰਧਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਸੀ, ਅੱਜ ਵੀ ਪ੍ਰਧਾਨ ਨੇਗੇ, ਅੱਜ ਪੰਜਾਬ ਦੇ ਵਾਹਦ ਮੁੱਖ ਮੰਤਰੀ ਨੇਗੇ। ਉਹਨਾਂ ਨੇ ਮੇਰੇ ਵਿੱਚ ਮੇਰਾ ਟੈਲੈਂਟ ਪਛਾਣਦੇ ਹੋਏ ਮੈਨੂੰ ਲੀਡਰ ਆਫ ਆਪੋਜੀਸ਼ਨ ਬਣਾਇਆ। ਅਰਵਿੰਦ ਕੇਜਰੀਵਾਲ ਜੀ ਨੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਮੈਂ ਆਪਣੀ ਰਾਜਨੀਤੀ ਸ਼ੁਰੂ ਕੀਤੀ। ਸੋ ਉਸ ਤੋਂ ਬਾਅਦ ਲਗਾਤਾਰ ਪੰਜਾਬ 'ਚ ਵਿਚਰਨ ਤੋਂ ਬਾਅਦ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ। ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ 'ਤੇ ਮੋਹਰ ਲਾਈ, ਆਮ ਆਦਮੀ ਪਾਰਟੀ ਦੀ ਗੁੱਡ ਗਵਰਨੈਂਸ 'ਤੇ ਮੋਹਰ ਲਾਈ, ਦਿੱਲੀ ਦੇ ਅਰਵਿੰਦ ਕੇਜਰੀਵਾਲ ਜੀ ਦੇ ਐਜੂਕੇਸ਼ਨ ਦੇ ਮਾਡਲ ਦੇ ਉੱਤੇ, ਹੈਲਥ ਦੇ ਮਾਡਲ 'ਤੇ ਮੋਹਰ ਲਾਈ, ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਸੋ ਲੋਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰਾਂ, ਲੋਕਾਂ ਦੀ ਸੇਵਾ ਕਰ ਰਹੇ ਹਾਂਗੇ, ਔਰ ਇਹ ਬਲ ਜਿਹੜਾ ਹੈਗਾ ਲੋਕਾਂ ਨੇ ਬਖਸ਼ਿਆ ਗਾ, ਪਰਮਾਤਮਾ ਨੇ ਬਖਸ਼ਿਆ। ਉਹਨਾਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ, ਮੈਂ ਸਾਰੀ ਉਮਰ ਰਹੂੰਗਾ। ਚੀਮਾ ਸਾਹਿਬ, ਹੁਣ ਤੁਹਾਨੂੰ ਮੰਤਰੀ ਸਾਹਿਬ ਕਹਿਣ ਨੂੰ ਜੀ ਕਰਦਾ ਤੇ ਮਨਪ੍ਰੀਤ ਬਾਦਲ ਸੀਗੇ ਪਹਿਲੇ ਫਾਈਨਾਂਸ ਮਿਨਿਸਟਰ, ਉਹਦੇ ਬਾਅਦ ਤੁਸੀਂ ਸਕਸੀਡ ਕੀਤਾ ਉਹਨਾਂ ਨੂੰ। ਉਧਰ ਜੇ ਆਪਾਂ ਕਾਰਪੋਰੇਸ਼ਨ ਜਿਹੜਾ ਮਹਿਕਮਾ ਹੈਗਾ ਉਹਦੀ ਗੱਲ ਕਰੀਏ ਤਾਂ ਉਹਦੇ 'ਚ ਰੰਧਾਵਾ ਸੀਗੇ ਪਹਿਲੇ, ਸੁਖਜਿੰਦਰ ਰੰਧਾਵਾ, ਤੁਸੀਂ ਉੱਥੇ ਸਕਸੀਡ ਕੀਤਾ। ਦੋਨੋਂ ਬਹੁਤ ਅਹਿਮ ਮਹਿਕਮੇ ਨੇ। ਤੁਹਾਡਾ ਸਫ਼ਰ ਜਿਹੜਾ ਹੈਗਾ ਉਹ 5 ਸਾਲਾਂ ਦੇ ਵਿੱਚ ਤੁਸੀਂ ਆਪੋਜੀਸ਼ਨ ਦੇ ਲੀਡਰ ਵੀ ਰਹੇ ਹੋ, ਉਹਦੇ ਬਾਅਦ ਤੁਸੀਂ ਮੰਤਰੀ ਬਣੇ ਹੋ। ਬਹੁਤ ਛੋਟਾ 5 ਸਾਲ ਦਾ ਜੇ ਆਪਾਂ ਪੋਲੀਟੀਕਲ ਪਾਰਟੀਜ਼ ਜਾਂ ਇਸ ਤਰੀਕੇ ਦਾ ਜਿਹੜੀ ਪੋਲੀਟੀਕਲ ਸਫ਼ਰ ਦੇਖੀਏ ਤੁਹਾਡਾ, ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਇੱਕ ਐਡਵੋਕੇਟ ਟਰਨਡ ਪੋਲੀਟੀਸ਼ੀਅਨ? ਦੇਖੋ, ਬਹੁਤ ਵੱਡਾ ਬਦਲਾਅ ਜਿਹੜਾ ਜ਼ਿੰਦਗੀ 'ਚ ਆਇਆ ਗਾ, ਔਰ ਇੱਕ ਡਿਪਾਰਟਮੈਂਟ, 2 ਵੱਡੇ ਡਿਪਾਰਟਮੈਂਟਾਂ ਦੀ ਗੱਲ ਤੁਸੀਂ ਕੀਤੀ ਆ। ਦੋਨਾਂ ਦੇ ਵਿੱਚ ਜਿਹੜਾ ਕਾਰਪੋਰੇਸ਼ਨ ਦਾ ਮਹਿਕਮਾ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਹੁਣ ਦੇਖ ਰਹੇ ਨੇ, ਪਹਿਲਾਂ ਮੇਰੇ ਕੋਲੇ ਸੀਗਾ, ਔਰ ਫਾਈਨਾਂਸ ਔਰ ਪਲਾਨਿੰਗ, ਇਨਕਮ ਟੈਕਸ, ਐਕਸਾਈਜ਼, ਇਹ ਸਾਰੇ ਮਹਿਕਮੇ ਮੈਂ ਦੇਖ ਰਿਹਾ ਗਾ। ਬਿਲਕੁਲ ਬੜਾ ਇੱਕ ਵੱਡਾ ਟਾਰਗੇਟ ਹੈਗਾ, ਔਰ ਇੱਕ ਵੱਡੇ ਮਤਲਬ ਮੈਂ ਸਮਝਦਾ ਔਖੇ ਰਾਹ ਨੇਗੇ, ਕਿਉਂਕਿ ਪੰਜਾਬ ਦੀ ਜੋ ਫਾਈਨਾਂਸ ਦੇ ਹਾਲਾਤ ਨੇ, ਪੰਜਾਬ ਦੇ ਜੋ ਵਿੱਤੀ ਹਾਲਾਤ ਨੇ ਕਿ ਉਹ ਦੇਸ਼ ਦੁਨੀਆ ਤੋਂ ਲੁਕੇ ਨਹੀਂ ਹੋਏ ਹੈਗੇ। ਸੋ ਉਹਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਸਾਡੀ ਲਾਈ ਹੈਗੀ। ਖਜ਼ਾਨੇ ਦੀ ਜੋ ਹਾਲਾਤ ਮੈਂ ਸਮਝਦਾ ਜੋ ਮਾੜੇ ਹਾਲਾਤ ਬਣੇ ਹੋਏ ਨੇਗੇ, ਪਿਛਲੇ ਸਮੇਂ 'ਚ ਬਣੇ ਨੇਗੇ, ਉਹਨੂੰ ਦਰੁਸਤ ਕਰਨ ਲਈ ਅਸੀਂ ਆਪਣੇ ਕਦਮ ਚੁੱਕ ਰਹੇ ਹਾਂਗੇ। ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅੱਛੇ ਕਦਮ ਜਿਹੜੇ ਲਏ ਜਾ ਰਹੇ ਨੇਗੇ, ਔਰ ਖਰਚੇ ਜਿਹੜੇ ਬੇਲੋੜੇ ਖਰਚੇ, ਵਾਧੂ ਖਰਚੇ, ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈਗਾ। ਤੁਸੀਂ ਦੇਖੋ ਕਿ ਜਿਹੜੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਆ ਉਹਦੇ 5 ਮੈਂਬਰ ਕਰ ਦਿੱਤੇ ਗਏ। ਇਸੇ ਤਰ੍ਹਾਂ ਹੋਰ ਜਿਹੜੀਆਂ ਇੰਸਟੀਟਿਊਸ਼ਨ ਦੇ ਵਿੱਚ ਜ਼ਿਆਦਾ ਪੈਸੇ ਲੱਗ ਰਹੇ ਸੀ, ਜਿਹਨੂੰ ਘਟਾਇਆ ਜਾ ਸਕਦਾ ਸੀਗਾ, ਜਿੱਥੇ ਹਿਊਮਨ ਜਿਹੜੀ ਇੰਟਰਫੀਰੈਂਸ ਆ ਘਟਾਈ ਜਾ ਸਕਦੀ ਹੈ, ਜਿੱਥੇ ਪੈਸੇ ਬਚਾਏ ਜਾ ਸਕਦੇ ਜਿਸ ਸੋਮਿਆਂ ਦੇ ਵਿੱਚੋਂ, ਅਸੀਂ ਉਹ ਪੈਸੇ ਬਚਾ ਰਹੇ ਹਾਂ ਤਾਂ ਕਿ ਪੰਜਾਬ ਦੇ ਖਜ਼ਾਨੇ ਦੇ ਹਾਲਾਤ ਜਿਹੜੇ ਨੇਗੇ ਉਹ ਠੀਕ ਹੋਣ। ਜੇ ਪੰਜਾਬ ਦੇ ਖਜ਼ਾਨੇ ਦੇ ਹਾਲਾਤ ਠੀਕ ਹੋਣਗੇ ਤਾਂ ਮੈਂ ਸਮਝਦਾ ਪੰਜਾਬ ਦੇ ਲੋਕਾਂ ਦੀ ਵੀ ਸਿਹਤ ਠੀਕ ਹੋਊਗੀ, ਪੰਜਾਬ ਦੇ ਲੋਕਾਂ ਕੋਲੇ ਅੱਛੀ ਜਿਹੜੀ ਆ ਉਹ ਐਜੂਕੇਸ਼ਨ ਹੋਊਗੀ, ਅੱਛੀ ਵਿੱਦਿਆ ਹੋਊਗੀ। ਸੋ ਉਹਦੇ ਲਈ ਅਸੀਂ ਜੋ ਮੈਂਡੇਟ ਜੋ ਸਾਨੂੰ ਬਹੁਮਤ ਪੰਜਾਬ ਦੇ ਲੋਕਾਂ ਨੇ ਦਿੱਤਾ ਗਾ, ਉਸ ਦੇ ਤਹਿਤ ਅਸੀਂ ਉਹਨਾਂ ਜਿਹੜੇ ਹੈਗੇ ਖੇਤਰ ਦੇ ਵਿੱਚ ਕੰਮ ਕਰ ਰਹੇ ਹਾਂ। ਇੱਕ ਵਕੀਲ ਹੋਣ ਦੇ ਨਾਤੇ ਤੁਸੀਂ ਜਿਹੜੇ ਤੁਹਾਡੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਐਮਐਲਏ ਸੀਗੇ ਨਰੇਸ਼ ਜੀ, ਉਹਨਾਂ ਦਾ ਵੀ ਤੁਸੀਂ ਇੱਕ ਕੇਸ ਇੱਕ ਟਾਈਮ 'ਤੇ ਜਿਹੜਾ ਸੀ ਉਹ ਦੇਖ ਰਹੇ ਸੀਗੇ। ਵਕੀਲ ਹੋਣਾ ਅਤੇ ਉਹਦੇ ਬਾਅਦ ਕੇਸਿਸ ਡਰਾਫਟ ਕਰਨਾ ਔਰ ਅਦਾਲਤ ਦੇ ਵਿੱਚ ਪੇਸ਼ ਹੋਣਾ ਔਰ ਉੱਥੇ ਫਿਰ ਜੱਜਾਂ ਦੇ ਸਾਹਮਣੇ ਗੱਲਬਾਤ ਕਰਨਾ, ਉਹ ਇੱਕ ਅਲੱਗ ਗੱਲ ਹੁੰਦੀ ਹੈ। ਹੁਣ ਤੁਸੀਂ ਹਿਸਾਬੀ ਕਿਤਾਬੀ ਹੋ ਗਏ ਹੋ, ਅੰਕੜਿਆਂ ਦੇ ਨਾਲ ਤੁਹਾਡਾ ਵਾਹ ਵਾਸਤਾ ਸਿੱਧਾ ਹੋ ਰਿਹਾ ਹੈ ਅਤੇ ਅੰਕੜੇ ਜਿਹੜੇ ਨੇ ਉਹ ਵੀ ਵੱਡੇ ਨੇ ਤੁਸੀਂ ਦੇਖਿਆ ਜਾਏ ਤਾਂ, ਕਿਉਂਕਿ ਇੱਕ ਘਰ ਦਾ ਬਜਟ ਚਲਾਉਣਾ ਹੀ ਬਹੁਤ ਔਖਾ ਹੋ ਜਾਂਦਾ, ਸਟੇਟ ਦੇ ਬਜਟ ਨੂੰ ਸਾਂਭਣਾ। ਇਹ ਤਬਦੀਲੀ ਕਿਵੇਂ ਦੇਖਦੇ ਹੋ? ਦੇਖੋ, ਬਿਲਕੁਲ ਜਦੋਂ ਵਕਾਲਤ ਦੇ ਵਿੱਚ ਸੀ, ਜਦੋਂ ਪ੍ਰੋਫੈਸ਼ਨ ਦੇ ਵਿੱਚ ਸੀਗਾ, ਔਰ ਉਦੋਂ ਇੱਕ ਪਰਟੀਕੂਲਰ ਪਾਰਟੀ ਦਾ ਕੇਸ ਲੜ ਰਹੇ ਹੁੰਦੇ ਸੀਗੇ, ਇੱਕ ਵਿਅਕਤੀ ਵਿਸ਼ੇਸ਼ ਦਾ ਕੇਸ ਲੜ ਰਹੇ ਹੁੰਦੇ ਸੀਗੇ, ਉਹਦੇ ਨਾਲ ਹੋਏ ਕਿਸੇ ਜ਼ਿਆਦਤੀ ਨੂੰ ਕੋਰਟ ਦੇ ਵਿੱਚ ਡਿਫੈਂਡ ਕਰ ਰਹੇ ਹੁੰਦੇ ਸੀ, ਉਹਦੇ ਅਧਿਕਾਰਾਂ ਨੂੰ ਡਿਫੈਂਡ ਕਰ ਰਹੇ ਹੁੰਦੇ ਸੀਗੇ, ਉਹਦੇ ਕੀ ਲੀਗਲ ਰਾਈਟਸ ਨੇ ਉਹਨਾਂ ਨੂੰ ਜਿਹੜਾ ਹੈਗਾ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹੁੰਦੇ ਸੀ। ਹੁਣ ਜਿਹੜੀ ਆ ਜ਼ਿੰਮੇਵਾਰੀ ਆ ਉਹ ਬਹੁਤ ਵੱਡੀ ਆ, ਔਰ ਪੰਜਾਬ ਦੇ ਫਾਈਨਾਂਸ ਨੂੰ ਸੰਭਾਲਣਾ ਉਹਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਲਾਈ ਹੈਗੀ। ਉਸ ਜ਼ਿੰਮੇਵਾਰੀ ਦੇ ਤਹਿਤ ਜਿਹੜਾ ਹੈ ਕੰਮ ਕਰ ਰਹੇ ਹਾਂਗੇ। ਉਹ ਇੱਕ ਲੀਗਲ ਪ੍ਰੋਫੈਸ਼ਨ ਸੀ, ਇਹ ਜਿਹੜਾ ਹੈਗਾ ਇੱਕ ਮੈਂ ਸਮਝਦਾ ਇਕਨੋਮਿਕਸ ਦਾ ਵਿਸ਼ਾ ਹੈਗਾ, ਇੱਕ ਅਰਥ ਜਿਹੜਾ ਹੈਗਾ ਨਾਲ ਜੁੜਿਆ ਵਿਸ਼ਾ ਹੈਗਾ, ਪੈਸੇ ਨਾਲ ਜੁੜਿਆ ਵਿਸ਼ਾ ਹੈਗਾ। ਸੋ ਇਹਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਆ, ਔਰ ਅਸੀਂ ਲਰਨਿੰਗ ਮੋਡ 'ਚ ਸਿੱਖ ਵੀ ਰਹੇ ਹਾਂਗੇ ਔਰ ਬਿਲਕੁਲ ਕੰਮ ਵੀ ਕਰ ਰਹੇ ਹਾਂਗੇ। ਸੋ ਮੈਂ ਸਮਝਦਾ ਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਖਜ਼ਾਨਾ ਖਾਲੀ ਆ, ਅਸੀਂ ਪੰਜਾਬ ਦਾ ਵਿੱਤੀ ਬੋਝ, ਕਿਉਂਕਿ ਪੰਜਾਬ ਦੇ ਉੱਤੇ ਪਿਛਲੇ ਲੰਬੇ ਅਰਸੇ ਤੋਂ ਬਹੁਤ ਭਾਰੀ ਕਰਜ਼ ਜਿਹੜਾ ਉਹ ਚੜ੍ਹ ਗਿਆ, ਬਹੁਤ ਜ਼ਿਆਦਾ ਪੈਸਾ ਜਿਹੜਾ ਪੰਜਾਬ ਸਰਕਾਰ ਨੇ ਬਤੌਰ ਕਰਜ਼ਾ ਪੁਰਾਣੀਆਂ ਸਰਕਾਰਾਂ ਨੇ ਲਿਆ ਹੋਇਆ ਗਾ, ਉਹਨੂੰ ਵੀ ਲਾਉਣਾ ਗਾ, ਉਹਨੂੰ ਵੀ ਘੱਟ ਕਰਨਾ ਗਾ, ਔਰ ਨਵੇਂ ਦਿਸ਼ਾ ਦੇ ਵਿੱਚ
ਪੰਜਾਬ ਨੂੰ ਵੀ ਲੈ ਕੇ ਜਾਣਾਗਾ। ਖਾਸ ਕਰਕੇ ਜੇ ਮੈਂ ਗੱਲ ਕਰਾਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ, ਖਾਸ ਕਰਕੇ ਜੇ ਮੈਂ ਗੱਲ ਕਰਾਂ ਹੈਲਥ ਦੇ ਖੇਤਰ ਦੇ ਵਿੱਚ, ਕਿਉਂਕਿ ਸਾਡਾ ਅਰਵਿੰਦ ਕੇਜਰੀਵਾਲ ਜੀ ਨੇ ਸਾਨੂੰ ਇੱਕ ਮਾਡਲ ਦਿੱਤਾ ਗਾ, ਦੇਸ਼ ਨੂੰ ਇੱਕ ਮਾਡਲ ਦਿੱਤਾ ਗਾ ਕਿ ਦੇਸ਼ ਦੇ ਲੋਕਾਂ ਦੀ, ਸੂਬੇ ਦੇ ਲੋਕਾਂ ਦੀ ਅੱਛੀ ਸਿਹਤ, ਚੰਗੀ ਸਿਹਤ ਦਾ ਖਿਆਲ ਰੱਖਣਾ ਸੂਬੇ ਦੀ ਸਟੇਟ ਦਾ ਜਿਹੜੀ ਸਰਕਾਰ ਆ, ਰਾਜ ਸਰਕਾਰ, ਉਹਦਾ ਕੰਮ ਹੁੰਦਾ ਗਾ। ਔਰ ਇਸੇ ਤਰ੍ਹਾਂ ਸੂਬੇ ਦੇ ਬੱਚਿਆਂ ਨੂੰ ਅੱਛੀ ਪੜ੍ਹਾਈ, ਚੰਗੀ ਨੌਲੇਜ ਦੇਣੀ, ਚੰਗਾ ਗਿਆਨ ਦੇਣਾ, ਉਹ ਵੀ ਸੂਬਾ ਸਰਕਾਰਾਂ ਦਾ ਕੰਮ ਆ। ਔਰ ਦਿੱਲੀ ਦੇ ਵਿੱਚ ਅਸੀਂ ਸਕਸੈਸਫੁਲੀ ਇਸ ਮਾਡਲ ਤੇ ਕੰਮ ਕੀਤਾ ਗਾ ਔਰ ਪੰਜਾਬ 'ਚ ਇਸ ਮਾਡਲ ਤੇ ਕੰਮ ਸ਼ੁਰੂ ਹੋ ਚੁੱਕਿਆ। ਪਹਿਲਾ ਬਜਟ ਤੁਸੀਂ ਦੇਖਿਆ ਪੰਜਾਬ ਦੀ ਵਿਧਾਨ ਸਭਾ 'ਚ ਪੇਸ਼ ਹੋਇਆ ਔਰ ਉਸ ਦੇ ਵਿੱਚ ਅਸੀਂ ਇੱਕ ਵੱਡਾ ਚੌਖਾ ਵਾਧਾ ਜਿਹੜਾ ਹੈਗਾ ਉਹ ਐਜੂਕੇਸ਼ਨ ਦੇ ਖੇਤਰ ਦੇ ਵਿੱਚ, ਹੈਲਥ ਦੇ ਖੇਤਰ ਦੇ ਵਿੱਚ, ਹੋਰ ਨਾ ਬਹੁਤ ਸਾਰੇ ਖੇਤਰਾਂ 'ਚ ਕੀਤਾ ਗਾ। ਸੋ ਬਿਲਕੁਲ ਰਾਹ ਜਿੰਨੇ ਮਰਜ਼ੀ ਔਖੇ ਹੋਣ, ਪੈਂਡੇ ਜਿੱਡੇ ਮਰਜ਼ੀ ਲੰਬੇ ਹੋਣ, ਉਹ ਬਿਲਕੁਲ ਸਾਰੇ ਅਸੀਂ ਪਾਰ ਕਰਾਂਗੇ। ਟੀਚੇ ਮਿੱਥੇ ਗਏ ਨੇਗੇ, ਉਹਨਾਂ ਟੀਚਿਆਂ ਨੂੰ ਅਸੀਂ ਪ੍ਰਾਪਤ ਕਰਾਂਗੇ, ਕਿਉਂਕਿ ਸਾਡਾ ਮਕਸਦ ਆ ਕਿ ਪੰਜਾਬ ਸੂਬਾ ਜਿਵੇਂ ਪਹਿਲਾਂ ਦੇਸ਼ ਦੇ ਮੱਥੇ ਦਾ ਚੰਨ ਹੁੰਦਾ ਸੀਗਾ, ਪੰਜਾਬ ਸੂਬਾ ਜਿਵੇਂ ਪਹਿਲਾਂ ਨੰਬਰ 1 ਸੂਬਾ ਹੁੰਦਾ ਸੀ, ਉੱਥੇ ਲੈ ਕੇ ਜਾਣਾ ਸਾਡੀ ਜ਼ਿੰਮੇਵਾਰੀ ਆ, ਪੰਜਾਬ ਦੇ ਲੋਕਾਂ ਨੇ ਲਾਈ ਆ। ਬੇਸ਼ੱਕ ਜਿਹੜਾ ਹੈਗਾ ਸਮਾਂ ਹਜੇ ਸਰਕਾਰ ਨੂੰ ਬਹੁਤ ਥੋੜ੍ਹਾ ਹੋਇਆ ਗਾ, ਹਜੇ ਸਿਰਫ 4-4.5 ਮਹੀਨੇ ਦਾ ਸਮਾਂ ਹੋ ਚੁੱਕਿਆ, ਪਰ ਲੇਕਿਨ ਇਹਨਾਂ 4 ਮਹੀਨਿਆਂ ਵਿੱਚ ਇੱਕ ਇਤਿਹਾਸਿਕ ਜਿਹੜੇ ਵੱਡੇ ਫੈਸਲੇ ਲੈਗੇ ਉਹ ਪੰਜਾਬੀਆਂ ਦੇ ਹੱਕ ਵਿੱਚ, ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਲਏ ਨੇਗੇ। ਦੇਖਿਆ ਜਾਵੇ ਤਾਂ ਤੁਸੀਂ ਵੀ ਲੰਬੇ ਅਰਸੇ ਤੋਂ ਕਵਰ ਕਰਦੇ ਹੋ ਕਿ ਜਿੰਨੀਆਂ ਵੀ ਸਰਕਾਰਾਂ ਪੰਜਾਬ 'ਚ ਬਣੀਆਂ ਹੁਣ ਤੱਕ, ਜਿੰਨਾ ਕੁ ਮੇਰਾ ਆਪਦਾ ਰਾਜਨੀਤਿਕ ਤਜਰਬਾ ਗਾ, ਮੈਂ ਦੇਖਦਾ ਸੀਗਾ ਕਿ 4.5 ਸਾਲਾਂ ਬਾਅਦ ਉਹ ਕੋਈ ਨਾ ਕੋਈ ਐਕਸ਼ਨ ਮੋਡ 'ਚ ਆਉਂਦੀਆਂ ਸੀ। 4 ਸਾਲਾਂ ਬਾਅਦ, 4.5 ਸਾਲਾਂ ਬਾਅਦ ਐਕਸ਼ਨ ਮੋਡ 'ਚ ਆਉਂਦੀਆਂ ਸੀ ਔਰ ਉਦੋਂ ਉਹ ਗੱਫੇ ਪੈਸਿਆਂ ਦੇ ਆਪਣੇ ਨੂੰ ਵੰਡਦੇ ਹੁੰਦੇ ਸੀਗੇ ਔਰ ਉਹਦੇ 'ਚ ਬਹੁਤ ਸਾਰੀਆਂ ਐਮਬੈਜ਼ਲਮੈਂਟਸ ਹੋ ਜਾਂਦੀਆਂ ਸੀ, ਬਹੁਤ ਸਾਰੇ ਕਪੜੇ ਹੋ ਜਾਂਦੇ ਸੀਗੇ। ਸਾਡੀ ਸਰਕਾਰ ਨੇ ਬਿਲਕੁਲ ਸਮਾਂਤਰ ਵਿਕਾਸ ਜਿਹੜਾ ਪੰਜਾਬ ਦਾ, ਹਰੇਕ ਭਾਈਚਾਰੇ ਦਾ, ਉਹ ਕਰਨ ਦਾ ਬੀੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚੁੱਕਿਆ। ਅਸੀਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ, ਮੈਡੀਕਲ ਐਜੂਕੇਸ਼ਨ ਦੇ ਖੇਤਰ ਦੇ ਵਿੱਚ, ਟੈਕਨੀਕਲ ਐਜੂਕੇਸ਼ਨ ਦੇ ਖੇਤਰ ਦੇ ਵਿੱਚ, ਇਸੇ ਤਰ੍ਹਾਂ ਮੁਹੱਲਾ ਕਲੀਨਿਕ ਦੀ ਜੇ ਮੈਂ ਗੱਲ ਕਰਾਂ, ਸਾਰੇ ਖੇਤਰਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਉਹ ਪੰਜਾਬ ਦੇ ਪੈਸੇ ਦੀ ਇਨਵੈਸਟ ਵੀ ਕਰ ਰਹੇ ਹਾਂਗੇ ਔਰ ਉਹ 'ਤੇ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਿਆ ਕਿ ਮੈਂ ਸਮਝਦਾ ਸਰਕਾਰ ਜਿਹੜੀ ਆ ਸਹੀ ਦਿਸ਼ਾ ਦੇ ਵਿੱਚ ਜਿਹੜੀ ਉਹ ਕੰਮ ਕਰ ਰਹੀ ਆ। ਖਜ਼ਾਨੇ ਦੇ ਹਾਲਾਤ ਜਦੋਂ ਸੰਭਾਲਿਆ ਬਿਲਕੁਲ ਮਾੜੇ ਨੇਗੇ, ਪਰ ਲੇਕਿਨ ਉਹਨਾਂ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਸਾਡੀ ਲਈ ਆ, ਉਹ ਵੀ ਅਸੀਂ ਠੀਕ ਕਰਨ ਦਾ ਸਾਡਾ ਪੂਰਾ ਡਿਪਾਰਟਮੈਂਟ ਭਰਪੂਰ ਯਤਨ ਕਰ ਰਿਹਾ ਹੈਗਾ। ਤੁਸੀਂ ਬਹੁਤ ਸੋਹਣੀ ਗੱਲ ਕਹੀ। ਪੁਰਾਣੀਆਂ ਸਰਕਾਰਾਂ ਜਿਹੜੀਆਂ ਸੀਗੀਆਂ ਉਹ ਖਜ਼ਾਨਾ ਖਾਲੀ ਅਸੀਂ ਸੁਣਦੇ ਆਏ ਹਾਂ, ਬਹੁਤ ਲੰਮੇ ਟਾਈਮ ਤੋਂ ਇਹੀ ਗੱਲ ਸੁਣਦੇ ਆ ਵੀ ਖਜ਼ਾਨਾ ਖਾਲੀ ਹੈ। ਤੁਹਾਡੀ ਸਰਕਾਰ ਨੇ ਕੋਸ਼ਿਸ਼ ਤਾਂ ਕੀਤੀ ਹੈ, ਉਹਨਾਂ ਨੇ ਇਹ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ। ਠੀਕ ਹੈ ਕਿ ਜਿਹੜੇ ਬਜਟ ਦੀਆਂ ਜਿਹੜੀਆਂ ਫਿਗਰਸ ਨੇ ਉਹ ਜ਼ਰੂਰ ਸਾਹਮਣੇ ਆਉਂਦੀਆਂ ਵੀ ਨੇ ਤੇ ਬਜਟ 'ਚ ਤੁਸੀਂ ਉਹ ਪੇਸ਼ ਵੀ ਕੀਤੀਆਂ। ਕਰਜ਼ਾ ਜਿਹੜਾ ਲਿਆ ਸੀ ਉਹ ਵੀ ਫਿਗਰਸ 'ਚ ਆਉਣਾ ਸੀਗਾ, ਪਰ ਬਾਵਜੂਦ ਉਸ ਦੇ ਕੋਸ਼ਿਸ਼ਾਂ ਤਾਂ ਲੋਕਾਂ ਨੂੰ ਦਿਖ ਰਹੀਆਂ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਪਰ ਇਸ ਦੇ ਨਾਲ ਹੀ ਜੇ ਦੇਖਿਆ ਜਾਵੇ ਤਾਂ ਤੁਸੀਂ ਮੈਡੀਕਲ ਦੀ, ਐਜੂਕੇਸ਼ਨ ਦੀ ਗੱਲ ਕੀਤੀ ਹੈ, ਡਿਪਾਰਟਮੈਂਟਸ ਦੀ, ਖਜ਼ਾਨਾ ਮੰਤਰੀ ਹੋ, ਸਾਰੇ ਏਰੀਆਜ਼ ਤੁਹਾਨੂੰ ਹੀ ਦੇਖਣੇ ਹੈ। ਜਿਹੜੇ ਸਾਡੇ ਸਿਹਤ ਮੰਤਰੀ ਨੇ ਉਹਨਾਂ ਨੇ ਫਰੀਦਕੋਟ ਦੇ ਗੱਦੇ ਤਾਂ ਬਦਲ ਦਿੱਤੇ ਹੈ ਫॉर द ਟਾਈਮ ਬੀਇੰਗ, ਕਿਉਂਕਿ ਗੱਦਿਆਂ ਦੀ ਉੱਥੇ ਪ੍ਰੋਬਲਮ ਬੜੀ ਵੱਡੀ ਆ ਗਈ ਸੀਗੀ ਤੇ ਗੱਦੇ ਤਾਂ ਬਦਲੇ ਗਏ ਹੈ, ਪਰ ਇਨਫਰਾਸਟ੍ਰਕਚਰ ਹੈਗਾ, ਡਾਕਟਰਸ ਦੀ ਅਪਾਇੰਟਮੈਂਟ ਹੈਗੀ ਹੈ, ਪੈਰਾਮੈਡੀਕਲ ਸਟਾਫ ਹੈਗਾ, ਉਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਖਜ਼ਾਨੇ 'ਚੋਂ ਤਨਖਾਹਾਂ ਜਾਣੀਆਂ, ਕਦੋਂ ਨੂੰ ਅਪਾਇੰਟਮੈਂਟਸ ਹੋਣਗੀਆਂ ਤੇ ਸਿਹਤ ਤੇ ਐਜੂਕੇਸ਼ਨ ਦਾ ਉਹ ਮਿਆਰ ਜਿਹੜਾ ਕਿ ਸੋਚਿਆ ਜਾਂਦਾ ਹੈ ਉਹ ਇਸ 5 ਸਾਲਾਂ 'ਚ ਤੁਸੀਂ ਦਿਓਗੇ? ਬਿਲਕੁਲ, ਬਹੁਤ ਹੀ ਅੱਛਾ ਸਵਾਲ ਤੁਸੀਂ ਜਿਹੜਾ ਉਹ ਪੁੱਛਿਆ ਗਾ। ਪੰਜਾਬ ਦੇ ਚਾਹੇ ਸਿਹਤ ਦੀ ਮੈਂ ਗੱਲ ਕਰ ਲਾਂ, ਸਿਹਤ ਡਿਪਾਰਟਮੈਂਟ ਦੀ ਮੈਂ ਗੱਲ ਕਰ ਲਾਂ, ਚਾਹੇ ਫਿਰ ਦੁਬਾਰਾ ਐਜੂਕੇਸ਼ਨ ਡਿਪਾਰਟਮੈਂਟ ਦੀ ਮੈਂ ਗੱਲ ਕਰਦਾ, ਉਹਨਾਂ ਲਈ ਮੈਂ ਦੁਬਾਰਾ ਦੁਹਰਾ ਰਿਹਾ ਗਾ ਕਿ ਇੱਕ ਬਜਟ ਜਿਹੜਾ ਹੈਗਾ, ਇੱਕ ਪਹਿਲਾਂ ਨਾਲੋਂ ਕਿਤੇ ਵਾਧਾ ਕਰਕੇ ਬਜਟ ਰੱਖਿਆ ਗਿਆ ਹੈਗਾ। ਅਸੀਂ ਬਿਲਕੁਲ ਚਾਹੇ ਹੌਸਪੀਟਲ ਨੇਗੇ, ਚਾਹੇ ਮੁਹੱਲਾ ਕਲੀਨਿਕ ਨੇਗੇ, ਚਾਹੇ ਡਿਸਪੈਂਸਰੀਆਂ ਨੇਗੀਆਂ, ਚਾਹੇ ਸਕੂਲ ਨੇਗੇ, ਉਹਨਾਂ ਦੇ ਹਾਲਾਤ 100% ਠੀਕ ਕਰਾਂਗੇ। ਪਹਿਲੀ ਵਾਰ ਹੋਇਆਗਾ ਕਿ ਪਹਿਲੇ 2 ਮਹੀਨਿਆਂ ਦੇ ਵਿੱਚ 26,454 ਨੌਕਰੀਆਂ ਸਾਡੇ ਪੰਜਾਬ ਦੇ ਨਵੇਂ ਯੰਗਸਟਰ ਜਿਹੜੇ ਹੈਗੇ ਨੇਗੇ, ਨਵੇਂ ਸਾਡੇ ਮੁੰਡੇ ਕੁੜੀਆਂ ਨੇਗੇ, ਜਿਨ੍ਹਾਂ ਨੇ ਅੱਛੀ ਐਜੂਕੇਸ਼ਨ ਹਾਸਲ ਕੀਤੀ ਆ, ਜਿਹੜੇ ਕੰਪੀਟੀਸ਼ਨ ਲੜ ਰਹੇ ਨੇ, ਜਿਹੜੇ ਸੂਬੇ ਦੀ ਸੇਵਾ ਕਰਨਾ ਚਾਹੁੰਦੇ ਨੇ, ਸੂਬੇ ਦੇ ਵਿੱਚ ਆਪਣੀ ਇਹ ਸੂਬੇ 'ਚ ਰਹਿ ਕੇ ਇਹ ਸੂਬੇ ਦੀ ਤਰੱਕੀ ਚਾਹੁੰਦੇ ਨੇਗੇ, ਉਹਨਾਂ ਲਈ ਅਸੀਂ ਜਿਹੜੀ ਆ ਐਡਵਰਟਾਈਜ਼ਮੈਂਟ ਕੀਤੀ ਹੈਗੀ ਔਰ 26,454 ਨੌਕਰੀਆਂ ਦੇ ਲਈ ਸਾਡੇ ਵੱਖ-ਵੱਖ ਬੱਚਿਆਂ ਨੇ ਜਿਹੜਾ ਅਪਲਾਈ ਵੀ ਕੀਤਾ। ਬਹੁਤ ਸਾਰੇ ਐਗਜ਼ਾਮ ਪਾਈਪਲਾਈਨ ਦੇ ਵਿੱਚ ਨੇ, ਬਹੁਤ ਸਾਰੇ ਐਗਜ਼ਾਮ ਜਿਹੜੇ ਹੋ ਚੁੱਕੇ ਨੇਗੇ, ਉਹਨਾਂ ਦੇ ਰਿਜ਼ਲਟ ਆਉਣੇ ਬਾਕੀ ਨੇਗੇ ਔਰ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਜਿੰਨੀਆਂ ਵੀ ਖਾਲੀ ਅਸਾਮੀਆਂ ਨੇ ਉਹ ਭਰੀਆਂ ਜਾਣਗੀਆਂ ਔਰ ਪ੍ਰੋਸੈਸ ਜਿਹੜਾ ਹੈਗਾ ਉਹ ਜਾਰੀ ਆ। ਜਿਹੜੀਆਂ ਫਿਰ ਵੀ ਰਹਿ ਗਈਆਂ ਅਸੀਂ ਭਰਦੇ ਰਹਾਂਗੇ। ਸਾਡਾ ਟੀਚਾ ਇਹ ਨਹੀਂ ਕਿ ਇਲੈਕਸ਼ਨ ਤੋਂ ਪਹਿਲਾਂ
ਪੰਜਵੇਂ ਸਾਲ ਤੋਂ ਪਹਿਲਾਂ ਚੌਥੇ ਸਾਲ ਦੇ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕੀਤਾ। ਅਸੀਂ ਕੰਮ ਜਿਹੜਾ ਹੈਗਾ ਸ਼ੁਰੂ ਕਰ ਦਿੱਤਾ ਗਿਆ, ਕਿਉਂਕਿ ਜਿੰਨੇ ਸਾਡੇ ਵਾਅਦੇ ਸੀ, ਜਿੰਨੀਆਂ ਸਾਡੀਆਂ ਗਰੰਟੀਆਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ, ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਦਿੱਤੀਆਂ ਨੇਗੀਆਂ, ਜੇ ਅਸੀਂ ਸ਼ੁਰੂ ਤੋਂ ਕੰਮ ਕਰਾਂਗੇ ਤਾਂ ਜਾ ਕੇ ਉਹ 5 ਸਾਲ 'ਚ ਪੂਰੀਆਂ ਹੋਣਗੀਆਂ। ਸੋ ਉਸ ਦਿਸ਼ਾ ਵੱਲ ਅਸੀਂ ਵੱਧ ਚੁੱਕੇ ਹਾਂ। ਦੇਖੋ, ਸਾਡਾ ਬਹੁਤ ਵੱਡਾ ਵਾਅਦਾ ਸੀਗਾ ਕਿ 300 ਯੂਨਿਟ ਹਰੇਕ ਘਰ ਨੂੰ ਅਸੀਂ ਫ੍ਰੀ ਆਫ ਕਾਸਟ ਘਰੇਲੂ ਉਹਦੇ ਜਿਹੜਾ ਹੈਗਾ ਮੀਟਰ ਆ ਉਹਦੇ ਫ੍ਰੀ ਆਫ ਕਾਸਟ ਦੇਣੀ ਸੀ। ਉਹ ਬਿਲਕੁਲ ਦੇ ਰਹੇ ਹਾਂ ਕਿ ਅਸੀਂ 1 ਜੁਲਾਈ ਤੋਂ ਸਕੀਮ ਜਿਹੜੀ ਹੈ ਚਾਲੂ ਆ। ਪਹਿਲਾ ਬਿੱਲ ਜਦੋਂ ਲੋਕਾਂ ਦਾ ਆਊਗਾ ਤਾਂ ਲੋਕਾਂ ਨੂੰ ਪਹਿਲੀ ਵਾਰ ਮੈਂ ਸਮਝਦਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿਣਾ ਕਿ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ 75 ਸਾਲਾਂ 'ਚ ਕਿ ਸਾਡੇ ਦੁਆਰਾ ਚੁਣੀ ਗਈ ਸਰਕਾਰ ਨੇ ਪਹਿਲਾ ਬਿੱਲ ਜਿਹੜਾ ਹੈਗਾ ਉਹ ਜ਼ੀਰੋ ਆਇਆ ਹੈਗਾ। ਲਗਭਗ 71 ਲੱਖ ਲੋਕਾਂ ਦੇ ਕਰੀਬ ਜਿਹੜਾ ਹੈਗਾ ਇਹ ਬਿੱਲ ਜ਼ੀਰੋ ਆਉਣ ਦੀ 100% ਸਾਨੂੰ ਸੰਭਾਵਨਾ। ਔਰ ਇਸੇ ਤਰ੍ਹਾਂ ਜਦੋਂ ਇਲੈਕਸ਼ਨ 'ਚ ਜਾਂਦੇ ਸੀਗੇ, ਲੋਕਾਂ ਦੀ ਮੰਗ ਸੀਗੀ ਕਿ ਇੱਕ ਵਿਧਾਇਕ ਚੁਣਿਆ ਗਿਆ 5-5 6-6 ਪੈਨਸ਼ਨਾਂ ਲੈ ਰਿਹਾ, ਉਹਦੀ ਇੱਕ ਪੈਨਸ਼ਨ ਹੋਣੀ ਚਾਹੀਦੀ ਆ। ਉਹ ਵੀ ਬਿੱਲ ਜਿਹੜਾ ਅਸੀਂ ਪਾਸ ਕਰਕੇ ਮਾਨਯੋਗ ਗਵਰਨਰ ਸਾਹਿਬ ਕੋਲੇ ਭੇਜਿਆ ਸੀ, ਉਹ ਵੀ ਮੈਂ ਸਮਝਦਾ ਪਾਸ ਹੋ ਕੇ ਵਾਪਸ ਆ ਗਿਆ। ਔਰ ਉਹ ਵੀ ਜਿਹੜੀ ਇੱਕ ਪੈਨਸ਼ਨ ਅਸੀਂ ਲੋਕਾਂ ਦੀ ਕੀਤੀ ਆ। ਬੇਸ਼ੱਕ ਸਾਨੂੰ ਉਹ ਤੋਂ ਲਗਭਗ 20 ਕਰੋੜ ਰੁਪਏ ਸਾਲਾਨਾ ਬਚਣ, ਪਰ ਸਾਡਾ ਇੱਕ ਪੋਜ਼ਿਟਿਵ ਸਟੈਪ ਚੱਕਣਾ, ਸਾਡਾ ਟੁਵਰਡਸ ਦੀ ਖਜ਼ਾਨਾ, ਟੁਵਰਡਸ ਦੀ ਟ੍ਰੈਜ਼ਰੀ ਜਿਹੜਾ ਹੈਗਾ ਉਹ ਇੱਕ ਪੋਜ਼ਿਟਿਵ ਮੋਡ 'ਤੇ ਅਸੀਂ ਪੋਜ਼ਿਟਿਵ ਪਾਸੇ ਲੱਗੇ ਹਾਂ। ਔਰ ਇਸੇ ਤਰ੍ਹਾਂ ਮੈਂ ਫਿਰ ਦੁਹਰਾਦਾ ਕਿ PPSC ਦੇ ਮੈਂਬਰਾਂ ਦੀ ਗਿਣਤੀ ਘੱਟ ਕਰਨਾ, ਹੋਰ ਬਹੁਤ ਸਾਰੇ ਅਦਾਰੇ ਨੇ ਜਿਨ੍ਹਾਂ ਵਿੱਚ ਬੇਫਜ਼ੂਲੀ ਦੇ ਵਾਈਸ ਚੇਅਰਮੈਨ ਪਤਾ ਨਹੀਂ ਕਿੰਨੇ ਕੁ ਲਾਏ ਹੋਏ ਸੀਗੇ, ਉਹਨਾਂ ਸਾਰਿਆਂ ਦਾ ਖਾਤਮਾ ਕਰਨਾ। ਇਸ ਗੱਲ ਦਾ ਸਬੂਤ ਹੈ ਕਿ ਅਸੀਂ ਪੈਸਾ ਬਚਾ ਰਹੇ ਹਾਂਗੇ। ਜੇ ਸਾਡੇ ਕੋਲ ਪੈਸਾ ਬਚੂਗਾ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ, ਅੱਛੀ ਵਿੱਦਿਆ ਜਿਹੜੀ ਉਹ ਦੇ ਸਕਦੇ ਹਾਂ। ਔਰ ਸਾਡੇ ਬਜ਼ੁਰਗਾਂ ਦਾ ਜਿਹੜਾ ਵੀ ਕੋਈ ਬਿਮਾਰ ਹੈ ਸੂਬੇ ਦੇ ਵਿੱਚ ਉਹਦਾ ਅੱਛਾ ਇਲਾਜ ਕਰ ਸਕਦੇ ਹਾਂ। ਸੋ ਉਸ ਦਿਸ਼ਾ ਦੇ ਵੱਲ ਸਾਡੇ ਜਿਹੜੇ ਕਦਮ ਨੇ ਸ਼ੁਰੂ ਹੋ ਚੁੱਕੇ ਨੇ। ਔਰ ਐਜੂਕੇਸ਼ਨ ਵਾਲੀ ਗਰੰਟੀ ਸੀ ਸਾਡੀ, ਐਜੂਕੇਸ਼ਨ ਦੀ ਗਰੰਟੀ ਸੀ, ਹੈਲਥ ਦੀ ਸਾਡੀ ਗਰੰਟੀ ਸੀ, ਉਹਦੇ ਕੰਮ ਸ਼ੁਰੂ ਹੋ ਚੁੱਕਿਆ। ਔਰ ਤੀਜਾ ਖਜ਼ਾਨਾ ਭਰਨ ਦੀ ਗਰੰਟੀ ਸੀ। ਕੱਲ੍ਹ ਹੀ ਮਾਈਨਿੰਗ ਦੀ ਪਾਲਿਸੀ ਆਈ ਆ, ਔਰ ਉਸ ਤੋਂ ਪਹਿਲਾਂ ਸ਼ਰਾਬ ਦੇ ਐਕਸਾਈਜ਼ ਦੀ ਪਾਲਿਸੀ ਆਈ ਸੀ। ਇਹ ਵੀ ਪਹਿਲੀ ਵਾਰ ਹੋਇਆ ਕਿ ਲਗਭਗ 20 ਸਾਲਾਂ ਬਾਅਦ ਐਕਸਾਈਜ਼ ਦੀ ਪਾਲਿਸੀ 'ਚ ਵੱਡੇ ਬਦਲਾਅ ਆਏ ਨੇ। ਪਹਿਲਾਂ ਪਿਛਲੇ ਸਾਲ ਐਕਸਾਈਜ਼ ਦੇ ਵਿੱਚੋਂ ਲਗਭਗ 6200 ਕਰੋੜ ਰੁਪਈਆ ਜਿਹੜਾ ਸਰਕਾਰ ਨੂੰ ਆਉਂਦਾ ਸੀਗਾ, ਔਰ ਇਸ ਵਾਰ ਅਸੀਂ 9600 ਕਰੋੜ ਰੁਪਏ ਦਾ ਟੀਚਾ ਮਿੱਥਿਆ ਹੈਗਾ। 9600 ਕਰੋੜ, 6200 ਤੋਂ 9600 ਕਰੋੜ। ਤੁਸੀਂ ਸੋਚੋ ਕਿ ਅਸੀਂ ਸਹੀ ਡਾਇਰੈਕਸ਼ਨ ਵੱਲ ਕੰਮ ਕਰ ਰਹੇ ਹਾਂ। ਅਸੀਂ ਮਾਫੀਆ ਜਿਹੜਾ ਪੰਜਾਬ 'ਚ ਫੈਲਿਆ ਸੀ, ਜਿਹੜਾ ਇਹਨਾਂ ਪੋਲੀਟੀਕਲ ਪਾਰਟੀਆਂ ਨੇ, ਚਾਹੇ ਉਹ ਅਕਾਲੀ ਦਲ ਆ, ਕਾਂਗਰਸ ਆ, BJP ਆ, ਇਹਨਾਂ ਨੇ ਮਾਫੀਆ ਇੱਕ ਪੈਦਾ ਕੀਤਾ ਸੀ। ਟਰਾਂਸਪੋਰਟ ਦੇ ਖੇਤਰ 'ਚ ਮਾਫੀਆ ਪੈਦਾ ਕਰ ਲਿਆ, ਸ਼ਰਾਬ ਦੇ ਖੇਤਰ 'ਚ ਮਾਫੀਆ ਪੈਦਾ ਕਰ ਲਿਆ, ਰੇਤ ਦੇ ਖੇਤਰ 'ਚ ਮਾਫੀਆ ਪੈਦਾ ਕਰ ਲਿਆ, ਔਰ ਲੈਂਡ ਦੇ ਖੇਤਰ 'ਚ ਮਾਫੀਆ ਪੈਦਾ ਕਰ ਲਿਆ। ਬਹੁਤ ਸਾਰੇ ਮਾਫੀਏ ਹੋਰ ਵੀ, ਜੇ ਆਪਾਂ ਨਾਮ ਲੈਣ ਲੱਗੇ ਬੜਾ ਸਮਾਂ ਲੱਗ ਜੂਗਾ। ਉਹ ਮਾਫੀਏ ਜਿਹੜੇ ਇਹਨਾਂ ਨੇ ਪੈਦਾ ਕੀਤੇ ਸੀ, ਉਹਨਾਂ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਸਾਡੀ ਲਾਈ ਸੀ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਲਾਈ ਸੀ। ਉਸ ਦੇ ਤਹਿਤ ਕੰਮ ਜਿਹੜਾ ਸ਼ੁਰੂ ਹੋ ਚੁੱਕਿਆ। ਐਕਸਾਈਜ਼ ਦੀ ਪਾਲਿਸੀ ਨਵੀਂ ਆਈ ਆ, ਮਾਈਨਿੰਗ ਦੀ ਪਾਲਿਸੀ ਨਵੀਂ ਆਈ ਆ, ਇੰਡਸਟਰੀ ਦੀ ਪਾਲਿਸੀ ਨਵੀਂ ਆ ਰਹੀ ਹੈ, ਬਹੁਤ ਸਾਰੀਆਂ ਹੋਰ ਪਾਲਿਸੀਆਂ ਇੱਕ ਵੱਡੇ ਬਦਲਾਅ ਲੈ ਕੇ ਆ ਰਹੇ ਹਾਂਗੇ, ਸਿਸਟਮ ਨੂੰ ਬਦਲਣ ਲੈ ਕੇ ਆ ਰਹੇ ਹਾਂਗੇ। ਉਹ ਬਦਲਾਅ ਆਉਣੇ ਸ਼ੁਰੂ ਹੋ ਗਏ। ਔਰ ਇਸ ਤੋਂ ਵੱਡੀ ਗੱਲ ਆ ਕਿ ਪੰਜਾਬ ਦੇ ਲੋਕਾਂ ਦੀ ਬਹੁਤ ਇੱਕ ਮੈਂ ਸਮਝਦਾ ਦਿਲ ਦੀ ਵੱਡੀ ਤਮੰਨਾ ਸੀ ਕਿ ਪੰਜਾਬ ਵਿੱਚੋਂ ਕਦੋਂ ਜਿਹੜਾ ਉਹ ਰਿਸ਼ਵਤ ਦਾ ਖਾਤਮਾ ਹੋਊਗਾ, ਪੰਜਾਬ 'ਚ ਕਰਪਸ਼ਨ ਜਿਹੜੀ ਹੈ ਉਹ ਕਦੋਂ ਖਤਮ ਹੋਊਗੀ। ਇੱਕ ਬਹੁਤ ਵੱਡਾ ਸਵਾਲ ਪੰਜਾਬੀਆਂ ਦੇ ਮੂਹਰੇ ਖੜਾ ਸੀ ਪੰਜਾਬ ਦੇ, ਕਿਉਂਕਿ ਪੰਜਾਬ ਦਾ ਇਤਿਹਾਸ ਸੂਰਬੀਰਾਂ ਦਾ ਇਤਿਹਾਸ ਆ, ਪੰਜਾਬ ਦਾ ਇਤਿਹਾਸ ਗੁਰੂਆਂ ਪੀਰਾਂ ਦਾ ਇਤਿਹਾਸ ਆ। ਔਰ ਐਡੇ ਵੱਡੇ ਇਤਿਹਾਸ ਵਾਲੇ ਲੋਕਾਂ ਦੇ ਵਿੱਚ ਜੇਕਰ ਚੰਦ ਕੁ ਲੋਕ ਭ੍ਰਿਸ਼ਟਾਚਾਰੀ ਹੋ ਜਾਣ, ਕਰਪਸ਼ਨ ਹੋ ਜਾਵੇ, ਉਹਨੂੰ ਖਤਮ ਕਰਨਾ ਵੀ ਜਿਹੜਾ ਇੱਕ ਬਹੁਤ ਵੱਡਾ ਮੈਂ ਸਮਝਦਾ ਚੈਲੰਜ ਸੀ ਸਰਕਾਰ ਦੇ ਸਾਹਮਣੇ। ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਉਣ ਸਾਰ ਕਰਪਸ਼ਨ ਦੇ ਅਗੇਂਸਟ ਵੱਡਾ ਮੋਰਚਾ ਖੋਲ੍ਹਿਆ, ਔਰ ਉਸ ਮੋਰਚੇ ਦੇ ਤਹਿਤ ਇੱਕ ਵਿਜੀਲੈਂਸ ਡਿਪਾਰਟਮੈਂਟ ਨੂੰ ਇੱਕ ਜਿਹੜੀ ਆ ਨੰਬਰ ਜਾਰੀ ਕੀਤਾ ਗਿਆ, ਔਰ ਉਸ ਨੰਬਰ 'ਤੇ ਨੰਬਰ ਆਫ ਕੰਪਲੇਂਟਸ ਜਿੱਥੇ ਵੀ ਕਿਤੇ ਕਰਪਸ਼ਨ ਹੋ ਰਹੀ ਸੀ, ਭ੍ਰਿਸ਼ਟਾਚਾਰ ਹੋ ਰਿਹਾ ਸੀ, ਉਹ ਆਈਆਂ ਔਰ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਗਿਆ। ਔਰ ਉਹਨਾਂ ਕੰਪਲੇਂਟਾਂ 'ਚ ਹੀ ਸਾਡੇ ਇੱਕ ਮੰਤਰੀ ਦੇ ਖਿਲਾਫ ਵੀ ਕੰਪਲੇਂਟ ਆਈ, ਸਾਡੇ ਮੰਤਰੀ ਦੇ ਖਿਲਾਫ ਕੰਪਲੇਂਟ ਆਈ, ਅਸੀਂ ਆਪਦੇ ਮੰਤਰੀ ਦੇ ਖਿਲਾਫ ਵੀ ਐਕਸ਼ਨ ਲਿਆ। ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਐਕਸ਼ਨ ਲੈ ਰਹੇ ਹਾਂਗੇ। ਸਾਨੂੰ ਇਹ ਨਹੀਂ ਕਿ ਸਾਡਾ ਕੌਣ ਆ, ਅਸੀਂ ਕਹਿ ਰਹੇ ਜਿਹੜਾ ਵੀ ਭ੍ਰਿਸ਼ਟਾਚਾਰ ਕਰਦਾ ਉਹ ਸਲਾਖਾਂ ਦੇ ਪਿੱਛੇ ਜਾਣਾ ਚਾਹੀਦਾ। ਪੰਜਾਬੀਆਂ ਦਾ ਪੈਸਾ, ਇੱਕ ਪੈਸਾ ਜਿਹੜਾ ਉਹ ਖਜ਼ਾਨੇ 'ਚ ਹੋਣਾ ਚਾਹੀਦਾ, ਔਰ ਉਹ ਪੈਸਾ ਜਿਹੜਾ ਹੈਗਾ ਪੰਜਾਬੀਆਂ ਦੀ ਬਿਹਤਰੀ ਦੇ ਲਈ, ਪੰਜਾਬ ਦੀ ਬਿਹਤਰੀ ਦੇ ਲਈ ਲੱਗਣਾ ਚਾਹੀਦਾ। ਪੰਚਾਇਤ ਦੀ ਜ਼ਮੀਨਾਂ 'ਤੇ ਕਾਫੀ ਕੰਮ ਹੋਇਆ ਪਿਛਲੇ ਦਿਨਾਂ ਨੂੰ। ਪੰਚਾਇਤ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਵੱਖ-ਵੱਖ ਜ਼ਮੀਨਾਂ ਜਿਹੜੀਆਂ ਖਾਲੀ ਕਰਵਾਈਆਂ, ਜਿਨ੍ਹਾਂ ਨੇ ਲੋਕਾਂ ਨੇ ਕਿਤੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀ। ਉਸੇ ਕੜੀ ਦੇ ਵਿੱਚ ਇੱਕ
ਤੁਹਾਡੇ ਜਿਹੜੇ ਹੈਗੇ ਨੇ ਨੁਮਾਇੰਦੇ ਉਹਨਾਂ ਦੀ ਵੀ ਗੱਲ ਕਾਫੀ ਆਈ, ਜਦ ਕਿ ਉਹਦੇ ਬਾਰੇ ਜਵਾਬ ਆਲਰੇਡੀ ਦਿੱਤੇ ਜਾ ਚੁੱਕੇ ਹੈ, ਕਿਹਾ ਜਾ ਚੁੱਕਿਆ ਕਿ ਆਪਣੇ ਲੋਕ ਹੋਣ ਜਾਂ ਕੁਝ ਵੀ ਹੋਣ, ਬਖਸ਼ਾ ਕਿਸੇ ਨੂੰ ਨਹੀਂ ਜਾਏਗਾ। ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਹ ਗਰੰਟੀ ਅਸੀਂ ਦਿੱਤੀ ਨਹੀਂ ਸੀ। ਅਸੀਂ ਜ਼ਮੀਨਾਂ ਜਿਨ੍ਹਾਂ 'ਤੇ ਨਜਾਇਜ਼ ਕਬਜ਼ੇ ਹੋਏ ਨੇਗੇ ਦਿੱਤੀ ਨਹੀਂ ਸੀ, ਪਰ ਲੇਕਿਨ ਅਸੀਂ ਕਿਹਾ ਸੀ ਕਿ ਅਸੀਂ ਵੱਡੇ ਪ੍ਰਸ਼ਾਸਕੀ ਸੁਧਾਰ ਕਰਾਂਗੇ, ਅਸੀਂ ਸਿਸਟਮ ਨੂੰ ਠੀਕ ਕਰਾਂਗੇ, ਔਰ ਉਸ ਦੇ ਤਹਿਤ ਵੱਡੀ ਪੱਧਰ 'ਤੇ ਪੰਜਾਬ ਵਿੱਚ ਜਿਨ੍ਹਾਂ ਲੋਕਾਂ ਨੇ ਜ਼ਮੀਨ ਦੱਬੀ ਹੋਈ ਸੀਗੀ, ਸਰਕਾਰ ਦੀ ਜ਼ਮੀਨ ਸੀਗੀ, ਜਿਹੜੇ ਬੜੇ ਰਸੂਖਦਾਰ ਲੋਕ ਸੀਗੇ, ਉਹਨਾਂ ਦੀ ਜ਼ਮੀਨ ਛਡਾਈ ਜਾ ਰਹੀ ਆ। ਬੇਸ਼ੱਕ ਕਾਫੀ ਜਿਹੜਾ ਹੈਗਾ ਇੱਕ ਦੋ ਕੋਰਟਾਂ ਨੇ ਇੰਟਰਫੇਅਰ ਕੀਤੀ ਹੈ, ਪਰ ਲੇਕਿਨ ਸਾਰੇ ਕੇਸ ਨੂੰ ਅੱਛੇ ਤਰੀਕੇ ਦੇ ਨਾਲ ਅਸੀਂ ਮਾਨਯੋਗ ਕੋਰਟਾਂ 'ਚ ਪੁੱਟ ਕਰਾਂਗੇ। ਉਹ ਸਾਰੀਆਂ ਜੇ ਵੀ ਇੱਕ ਦੋ ਸਟੇਆਂ ਹੋਈਆਂ ਨੇਗੀਆਂ, ਕਈ ਅਦਾਰੇ ਜ਼ਿਕਰ ਕਰਦੇ ਨੇ, ਪਰ ਉਹਨਾਂ ਨੂੰ ਵੀ ਅਸੀਂ ਜਿਹੜਾ ਸਟੇ ਨੂੰ ਵਕੇਟ ਕਰਾ ਕੇ ਉਹ ਕਬਜ਼ਾ ਸਾਡਾ ਬਰਕਰਾਰ ਰਹੂਗਾ। ਔਰ ਦੂਜੀ ਗੱਲ, ਤੁਸੀਂ ਕੁਐਸਚਨ ਕੀਤਾ ਕਿ ਸਾਡੇ ਬਗਾਨੇ, ਅਸੀਂ ਸਾਡੇ ਬਗਾਨੇ ਵਾਲੇ ਨਹੀਂ ਹੈਗੇ, ਅਸੀਂ ਕਾਨੂੰਨ 'ਚ ਵਿਸ਼ਵਾਸ ਰੱਖਣ ਵਾਲੇ ਹੈਗੇ। ਅਸੀਂ ਕਹਿੰਦੇ ਕਾਨੂੰਨ ਦਾ ਰਾਜ ਆ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਸੰਵਿਧਾਨ ਬਣਾਇਆ, ਸਭ ਨੂੰ ਬਰਾਬਰ ਦੀ ਅੱਖ ਨਾਲ ਦੇਖਿਆ ਕਿ ਸਭ 'ਤੇ ਕਾਨੂੰਨ ਬਰਾਬਰ ਨਾਲ ਜਿਹੜਾ ਹੈਗਾ ਉਹ ਲਾਗੂ ਹੋਣਾ ਚਾਹੀਦਾ। ਕਾਨੂੰਨ ਸਭ 'ਤੇ ਲਾਗੂ ਆ, ਸਾਡਾ ਬਗਾਨਾ ਕੋਈ ਨਹੀਂ, ਕਾਨੂੰਨ ਦਾ ਰਾਜ ਆ, ਕਾਨੂੰਨ ਤੋਂ ਉੱਪਰ ਕੋਈ ਨਹੀਂ, ਕਾਨੂੰਨ ਤੋਂ ਉੱਪਰ ਕੋਈ ਨਹੀਂ। ਔਰ ਜਿਹੜੇ ਬਹੁਤ ਸਾਰੇ ਭ੍ਰਿਸ਼ਟਾਚਾਰੀ ਜਿਹੜੇ ਪੁਰਾਣੇ ਮਿਨਿਸਟਰ ਸੀ ਜਾਂ MLA ਸਾਹਿਬਾਨ ਸੀ ਜਾਂ ਕੋਈ ਸਰਪੰਚ ਜਾਂ ਕੋਈ ਹੋਰ ਵੀ ਵਿਅਕਤੀ ਜਾਂ ਬਿਊਰੋਕਰੇਟ, ਜਿੱਥੇ ਵੀ ਕੋਈ ਸਾਡੇ ਸਾਹਮਣੇ ਦੀ ਕੰਪਲੇਂਟ ਆਉਂਦੀ ਹੈ ਔਰ ਪੁਖਤਾ ਸਬੂਤ ਆਉਂਦੇ ਨੇਗੇ, ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਆ। ਹਰਪਾਲ ਜੀ, ਇੱਕ ਹੋਰ ਸਵਾਲ ਹੈ, ਜਿੱਦਾਂ ਆਪਾਂ ਹਜੇ ਐਜੂਕੇਸ਼ਨ ਤੇ ਮੈਡੀਕਲ ਤੇ ਗੱਲ ਹੀ ਕੀਤੀ ਹੈ। ਸਵਾਲ ਕੀ ਹੈ, ਗੱਲ ਹੀ ਹੈ ਇੱਕ ਤਰ੍ਹਾਂ ਦੀ, ਕਹਿਣਾ ਚਾਹਾਂਗੇ ਕਈ ਤੁਸੀਂ ਆਪਾਂ ਸਰਸਰੀ ਗੱਲ ਕਰ ਰਹੇ ਹਾਂ ਕਿ ਇਮਾਰਤਾਂ ਦੀ ਵੀ ਕਾਫੀ ਹਾਲਤ ਜਿਹੜੀ ਹੈ ਕਈ ਸਕੂਲਾਂ ਦੀ, ਖਾਸ ਕਰਕੇ ਰਿਮੋਟ ਏਰੀਆਜ਼ 'ਚ ਦੇਖਿਆ ਜਾਏ ਜਾਂ ਹਸਪੀਟਲਸ ਦੀ ਦੇਖਿਆ ਜਾਏ, ਕਾਫੀ ਜ਼ਰਜ਼ਰ ਹਾਲਾਤ ਨੇ ਉੱਥੇ। ਇਕਵਿਪਮੈਂਟ ਨੂੰ ਲੈ ਕੇ ਦੇਖ ਲਈਏ ਜਾਂ ਫਿਰ ਬਿਲਡਿੰਗਸ ਨੂੰ ਲੈ ਕੇ ਦੇਖ ਲਈਏ, ਕਿਉਂਕਿ ਜਿੱਥੇ ਮਰੀਜ਼ ਨੇ, ਗੱਦਿਆਂ ਵਾਲੀ ਗੱਲ ਤਾਂ ਪਹਿਲੇ ਹੀ ਸਾਹਮਣੇ ਆਈ ਗਈ ਹੈ। ਇੱਦਾਂ ਦੀ ਕਈ ਚੀਜ਼ਾਂ ਨੇ ਜਿਹੜੀਆਂ ਕਿ ਸਾਹਮਣੇ ਆਉਂਦੀਆਂ ਨੇ। ਡੈਫੀਨੇਟਲੀ ਇਹ ਸਾਰੇ ਸਵਾਲ ਤੁਹਾਨੂੰ ਜਾਂ ਇਹ ਗੱਲਬਾਤ ਤੁਹਾਡੇ ਨਾਲ ਤਾਂ ਕਰਨ ਨੂੰ ਜੀ ਕਰਦਾ ਕਿਉਂਕਿ ਡੈਫੀਨੇਟਲੀ ਇਹਦਾ ਫਿਰ ਸਿੱਧਾ ਸੰਬੰਧ ਜਿਹੜਾ ਉਹ ਫਾਈਨੈਂਸ ਦੇ ਨਾਲ ਹੈ। ਦੇਖੋ, ਸਪੈਸ਼ਲ ਪੈਸੇ ਜਿਹੜੇ ਹੈਗੇ ਨੇਗੇ, ਬਜਟ ਦੀ ਪ੍ਰੋਵੀਜ਼ਨ ਜਿਹੜੀ ਆ ਸਕੂਲਾਂ ਦੀਆਂ ਦੀਵਾਰਾਂ ਦੇ ਲਈ, ਵੀ ਕਿਤੇ ਦੀਵਾਰਾਂ ਡਿੱਗੀਆਂ ਨੇ ਸਕੂਲਾਂ ਦੇ ਲਈ, ਉਹਦੇ ਲਈ ਅਲੱਗ ਤੋਂ ਬਜਟ ਆ। ਸਕੂਲਾਂ ਦੇ ਕਮਰਿਆਂ ਦੀ ਜਿੱਥੇ ਰੈਨੋਵੇਸ਼ਨ ਹੋਣੀ ਆ ਉਹ ਤੋਂ ਅਲੱਗ ਤੋਂ ਬਜਟ ਆ। ਨਵੇਂ ਕਮਰੇ ਬਣਾਏ ਜਾਣਗੇ ਉਹ ਤੋਂ ਅਲੱਗ ਤੋਂ ਬਜਟ ਆ। ਨਵੀਆਂ ਲੈਬਸ ਬਣਾਈਆਂ ਜਾਣਗੀਆਂ ਉਹ 'ਚ ਅਲੱਗ ਤੋਂ ਬਜਟ ਆ। ਮੁਹੱਲਾ ਕਲੀਨਿਕ ਦੇ ਲਈ ਅਲੱਗ ਤੋਂ ਬਜਟ ਆ। ਔਰ ਬੱਚਿਆਂ ਨੂੰ ਕਿਵੇਂ ਕੰਪਿਊਟਰ ਦੇ ਰਾਹੀਂ ਕਮੀ ਜਿਹੜੀ ਆ ਲੈਬਸ ਦੇ ਰਾਹੀਂ ਨਵੀਂ ਅੱਛੀ ਐਜੂਕੇਸ਼ਨ ਦੇਣੀ ਆ, ਉਹਦੇ ਲਈ ਅਲੱਗ ਤੋਂ ਬਜਟ ਆ। ਔਰ ਅਧਿਆਪਕਾਂ ਨੂੰ ਤੁਹਾਡੇ ਵੀ ਕੋਈ ਜਿਹੜੇ ਹੈਗੇ ਫਰੈਂਡ ਸਰਕਲ 'ਚੋਂ ਹੋਣਗੇ, ਉਹਨਾਂ ਨੂੰ ਵੀ ਰਿਕੁਐਸਟ ਕਰਿਓ ਕਿ ਉਹ ਵੀ ਬਾਹਰ ਜਾ ਕੇ ਜਿਹੜੀ ਆਪਣੀ ਟ੍ਰੇਨਿੰਗ ਜੇ ਉਹ ਚਾਹੁੰਦੇ ਨੇ ਲੈ ਕੇ ਆ ਸਕਦੇ ਨੇ। ਸੋ ਉਹਦੇ ਲਈ ਵੀ ਅਸੀਂ ਬਜਟ ਰੱਖਿਆ ਗਿਆ ਤਾਂ ਕਿ ਸਾਡੇ ਵੀ ਅਧਿਆਪਕ ਜਿਹੜੇ ਨੇਗੇ ਉਹ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਉੱਥੋਂ ਦਾ ਬੇਸਿਕ ਮਾਹੌਲ ਕੀ ਆ, ਉੱਥੇ ਕਿਹਾ ਜਿਹਾ ਇਨਫਰਾਸਟਰਕਚਰ ਕੀ ਆ, ਉੱਥੇ ਕਿਸ ਤਰ੍ਹਾਂ ਟੀਚਿੰਗ ਜਿਹੜੀ ਆ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈਗਾ, ਉਹ ਸਾਰਾ ਜਿਹੜਾ ਹੈਗਾ 2-2.5 ਮਹੀਨੇ ਦੀ ਜਿੰਨੀ ਵੀ ਟ੍ਰੇਨਿੰਗ ਆ ਉਹਦੇ ਲਈ ਵੀ ਅਸੀਂ ਜਿਹੜਾ ਇੱਕ ਬਜਟ ਵੱਖਰਾ ਬਜਟ ਰੱਖਿਆ ਗਿਆ। ਇਸੇ ਤਰ੍ਹਾਂ ਮਤਲਬ ਹਰੇਕ ਖੇਤਰ ਦੇ ਵਿੱਚ, ਜੇਕਰ ਪੰਜਾਬ 'ਚ ਇੰਡਸਟਰੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਨਵੀਂ ਇੰਡਸਟਰੀ ਜਿਹੜੀ ਆ ਉਹ ਪੰਜਾਬ 'ਚ ਆਉਣ ਲਈ ਉਤਾਵਲੀ ਆ। ਸੋ ਅਸੀਂ ਉਹਨਾਂ ਨੂੰ ਵੀ ਬੁਲਾ ਰਹੇ ਹਾਂਗੇ, ਕਿਉਂਕਿ ਜੇ ਇੰਡਸਟਰੀ ਆਊਗੀ ਤਾਂ ਸਾਡੇ ਬੱਚੇ ਜਿਹੜੇ ਹੈਗੇ ਨੇ ਉੱਥੇ ਰੁਜ਼ਗਾਰ ਪ੍ਰਾਪਤ ਕਰਨਗੇ। ਵਿਦੇਸ਼ਾਂ ਤੋਂ ਰੋਕਣ ਦਾ ਵਿਦੇਸ਼ਾਂ ਤੋਂ ਰੋਕਣ ਦਾ ਵੀ ਇੱਥੇ ਜ਼ਰੀਆ ਹੈਗਾ, ਉੱਥੇ ਸਾਡੇ ਬੱਚਿਆਂ ਦਾ ਰੁਜ਼ਗਾਰ ਦਾ ਵੱਡਾ ਸਾਧਨ ਪੈਦਾ ਹੋਊਗਾ। ਔਰ ਇਸ ਤੋਂ ਬਿਨਾਂ ਮੈਂ ਸਮਝਦਾ ਗਾ ਇਹ ਸੰਭਵ ਨਹੀਂ ਹੈ ਕਿ 100% ਸਰਕਾਰੀ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਨੇ, 100% ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ। ਤੁਸੀਂ ਵੀ ਪ੍ਰਾਈਵੇਟ ਸੈਕਟਰ 'ਚ ਕੰਮ ਕਰਦੇ ਹੋ, ਤੁਹਾਡੇ ਸਾਥੀ ਵੀ ਪ੍ਰਾਈਵੇਟ ਸੈਕਟਰ 'ਚ ਕੰਮ ਕਰਦੇ ਹੋ, ਇੱਥੋਂ ਵੀ ਚੌਖੀ ਜਿਹੜੀ ਆ ਤੁਸੀਂ ਜੀਵਨ ਬਸਰ ਅੱਛਾ ਕਰ ਸਕਦੇ ਹੋ। ਸੋ ਉਹਦੇ ਲਈ ਜਿਹੜਾ ਹੈਗਾ ਸਰਕਾਰ ਬੜੀ ਸੁਹਿਰਦ ਆ, ਬੜੀ ਨੇਕ ਆ, ਬੜੀ ਨੇਕ ਨੀਤੀ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ। ਪਰ ਓਪਰਚੁਨਿਟੀਜ਼ ਪੈਦਾ ਜ਼ਰੂਰ ਕਰੋਗੇ, ਜਿਹੜੇ ਖਾਸ ਕਰਕੇ ਜੇ ਅਸੀਂ ਤੁਹਾਡੇ ਗੱਲ ਦੇ ਨਾਲ ਹੀ ਜੁੜ ਕੇ ਗੱਲ ਆ ਜਾਂਦੀ ਹੈ। ਸਾਰੀਆਂ ਗੱਲਾਂ ਅੱਜ ਤੁਹਾਡੇ ਨਾਲ ਤਾਂ ਕਰਨ ਨੂੰ ਜੀ ਕਰਦਾ ਕਿਉਂਕਿ ਫਿਰ ਉਹੀ ਗੱਲ ਹੈ ਕਿ ਫਾਈਨੈਂਸ ਦੇ ਨਾਲ ਜੁੜੀਆਂ ਕਿਤੇ ਨਾ ਕਿਤੇ ਬੈਕ 'ਤੇ ਤਾਂ ਫਾਈਨੈਂਸ ਚਾਹੀਦਾ ਹੀ ਚਾਹੀਦਾ। ਹੁਣ ਗੈਂਗਸਟਰਸ ਨੇ ਜਿਸ ਤਰੀਕੇ ਦੇ ਨਾਲ, ਉਹ ਵੀ ਇਹੀ ਕਾਰਨ ਵਜ੍ਹਾ ਰਹੀ ਕਿਤੇ ਨਾ ਕਿਤੇ ਨੌਜਵਾਨੀ ਸਾਡੀ ਭਟਕੀ ਜਿਹੜੀ ਹੈਗੀ ਹੈ, ਉਹ ਵੀ ਇਹੀ ਕਾਰਨ ਰਹੇ ਕਿਉਂਕਿ ਬੇਰੁਜ਼ਗਾਰੀ, ਐਜੂਕੇਸ਼ਨ ਦਾ ਸਿਸਟਮ ਜਾਂ ਉਹਨਾਂ ਨੂੰ ਇੱਥੇ ਓਪਰਚੁਨਿਟੀਜ਼। ਦੇਖੋ, ਪਿਛਲੇ ਲੰਬੇ ਅਰਸੇ ਦੌਰਾਨ ਪੰਜਾਬ ਵਿੱਚ ਲਗਭਗ 25 ਸਾਲ ਤੋਂ ਭਾਈ ਭਤੀਜਾਵਾਦ ਜਿਹੜਾ ਹੈਗਾ ਸੀ ਉਹ ਭਾਰੂ ਰਿਹਾ। ਉਹਨਾਂ ਭਾਈ ਭਤੀਜਾਵਾਦ ਵਾਲੇ ਲੋਕਾਂ ਦੀ ਸਰਕਾਰਾਂ ਰਹੀਆਂ, ਕਦੇ ਚਾਚੇ ਦੀ ਸਰਕਾਰ, ਕਦੇ ਭਤੀਜੇ ਦੀ ਸਰਕਾਰ, ਕਦੇ ਤਾਏ ਦੀ ਸਰਕਾਰ, ਕਦੇ ਮਾਮੇ ਦੀ ਸਰਕਾਰ। ਇਸ ਤਰ੍ਹਾਂ ਦੇ ਲੋਕ ਪੰਜਾਬ 'ਚ ਰਾਜ ਕਰਦੇ ਰਹੇ। ਉਹਨਾਂ ਨੇ ਆਪਦੇ ਪਰਿਵਾਰ ਤਾਂ ਉਹਨਾਂ ਦੇ ਆਪਦੇ ਪਰਿਵਾਰ ਤਾਂ ਅਰਬਪਤੀ ਹੋ ਗਏ, ਖਰਬਪਤੀ ਹੋ ਗਏ, ਕਰੋੜਪਤੀ ਹੋ ਗਏ, ਪਰ ਲੇਕਿਨ ਉਹ ਪੰਜਾਬੀਆਂ ਨੂੰ ਜਿਹੜਾ ਹੈਗਾ ਉਹ ਖਤਮ ਕਰਦੇ ਰਹੇ। ਪੰਜਾਬ ਦੇ ਲੋਕਾਂ ਤੋਂ ਕਿਸਾਨ ਦੇ ਨਾਂ 'ਤੇ ਵੋਟ ਲੈ ਕੇ, ਬੇਰੁਜ਼ਗਾਰ ਦੇ ਨਾਂ 'ਤੇ ਵੋਟ ਲੈ ਕੇ, ਦਲਿਤ ਦੇ ਨਾਂ 'ਤੇ ਵੋਟ ਲੈ ਕੇ ਉਹਨਾਂ ਨੂੰ ਖਤਮ ਕਰਦੇ ਰਹੇ, ਪਰ ਲੇਕਿਨ ਉਹਨਾਂ ਦੀਆਂ ਪਰਿਵਾਰਾਂ ਦੀਆਂ ਜਾਇਦਾਦਾਂ ਘਟੀਆਂ ਨਹੀਂ। ਜੇ ਆਪਾਂ ਗੱਲ ਕਰੀਏ ਤਾਂ ਪੁਰਾਣੇ ਪੋਲੀਟੀਸ਼ੀਅਨ ਜਿਹੜੇ ਨੇ ਪੰਜਾਬ 'ਚ ਰਹੇ ਨੇ,
ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਸਿਆਸੀ ਸੀਨ ਤੋਂ ਸਾਫ਼ ਕੀਤਾ ਗਾ, ਦਰਕਿਨਾਰ ਕੀਤਾ ਗਾ, ਪਰਾਂ ਸੁੱਟਿਆ ਗਾ। ਸੋ ਉਹਨਾਂ ਦੀਆਂ ਤਾਂ ਜਾਇਦਾਦਾਂ 5-5 ਹਜ਼ਾਰ ਗੁਣਾ ਵੱਧ ਗਈਆਂ ਔਰ ਪੰਜਾਬ ਤੇ ਉਦੋਂ ਬਾਅਦ ਕਰਜ਼ਾ ਚੜ੍ਹ ਗਿਆ। ਦੇਖੋ, ਕਰਜ਼ਾ ਲੈਣਾ ਸਮੇਂ ਦੀ ਅੱਜ ਜ਼ਰੂਰਤ ਬਣ ਚੁੱਕਿਆ। ਅੱਜ ਮੈਂ ਸਮਝਦਾ ਅੱਜ ਕੰਪਲਸ਼ਨ ਜਿਹੜੀ ਆ ਉਹ ਹੋ ਚੁੱਕੀ ਹੈ ਕਰਜ਼ਾ ਲੈਣਾ, ਕਿਉਂਕਿ ਪੁਰਾਣਾ ਕਰਜ਼ਾ ਹੀ ਬਹੁਤ ਵੱਡਾ ਗਾ। ਪੌਣੇ 3 ਲੱਖ ਕਰੋੜ ਦਾ ਕਰਜ਼ਾ ਗੌਰਮੈਂਟ 'ਤੇ ਆ, ਜਿਹੜੀਆਂ ਸਾਡੀਆਂ ਪਬਲਿਕ ਸੈਕਟਰ ਦੀਆਂ ਹੋਰ ਕਾਰਪੋਰੇਸ਼ਨਸ ਨੇ ਉਹਨਾਂ 'ਤੇ ਬਹੁਤ ਵੱਡਾ ਕਰਜ਼ਾ ਗਾ। ਸਾਨੂੰ ਉਹਨੂੰ ਮੇਨਟੇਨ ਕਰਨ ਲਈ ਔਰ ਇੱਕ ਸਰਕਲ ਨੂੰ ਚਲਾਉਣ ਦੇ ਲਈ ਅੱਜ ਲੈਣਾ ਪੈ ਰਿਹਾ ਗਾ। ਪਰ ਲੇਕਿਨ ਅਸੀਂ ਬੜੇ ਤੁਹਾਡੇ ਸੈੱਟ ਦੇ ਉੱਤੇ ਬੜੇ ਦਾਅਵੇ ਨਾਲ ਕਹਿਣਾ ਗਾ ਕਿ ਬਿਲਕੁਲ ਵੀ ਨਜਾਇਜ਼ ਕੋਈ ਕਬਜ਼ਾ, ਜਿਹੜਾ ਨਜਾਇਜ਼ ਕਰਜ਼ਾ ਨਹੀਂ ਲਿਆ ਜਾਊਗਾ। ਔਰ ਜਿਹੜਾ ਪੈਸਾ ਸਾਡੇ ਕੋਲ ਹੈਗਾ, ਜਿਹੜਾ ਪਬਲਿਕ ਦਾ ਪੈਸਾ ਗਾ, ਟੈਕਸ ਪੇਅਰ ਦਾ ਪੈਸਾ ਗਾ, ਉਹਦੀ ਜਿਹੜੀ ਵਰਤੋਂ ਆ ਉਹ ਸੁਚੱਜੇ ਤੇ ਇਮਾਨਦਾਰ ਢੰਗ ਨਾਲ ਕੀਤੀ ਜਾਊਗੀ। ਇਹ ਵੀ ਪਹਿਲੀ ਵਾਰ ਹੋਇਆ ਵੈਸੇ ਦੇਖਿਆ ਜਾਏ ਕਿ ਤੁਹਾਡੀ ਸਰਕਾਰ ਨੇ ਕੋਈ ਨਵਾਂ ਟੈਕਸ ਨਹੀਂ ਲਾਇਆ, ਵੱਡੀ ਗੱਲ ਹੈ। ਕਿਉਂਕਿ ਆਮ ਤੌਰ ਤੇ ਅਸੀਂ ਦੇਖ ਰਹੇ ਹਾਂ ਕਿ ਹਰ ਇੱਕ ਚੀਜ਼, ਛੋਟੇ ਤੋਂ ਛੋਟਾ ਬਿਸਕਿਟ ਦਾ ਪੈਕੇਟ ਲਿੱਤਾ ਜਾਵੇ ਜਾਂ ਅਸੀਂ ਨਿੱਕੀ ਜਿਹੀ ਰਿੰਨ ਦੀ ਇੰਨੀ ਕੋਈ ਗਾਚੀ ਵੀ ਲੈ ਕੇ ਆਉਂਦੇ ਹਾਂ ਘਰ 'ਚ ਕੱਪੜੇ ਧੋਣ ਲਈ ਜਾਂ ਭਾਂਡੇ ਮਾਂਜਣ ਲਈ, ਉਸ 'ਤੇ ਵੀ ਸੈਸ ਜਿਹੜਾ ਉਹ ਦੇਣਾ ਪੈਂਦਾ ਹੈ। ਇਸ ਤਰੀਕੇ ਦੇ ਨਾਲ ਸਿੱਧੇ ਤੌਰ 'ਤੇ ਜਿਹੜਾ ਟੈਕਸ ਤੁਹਾਡੀ ਸਰਕਾਰ ਨੇ ਨਹੀਂ ਲਾਇਆ, ਡੈਫੀਨੇਟਲੀ ਚੰਗਾ ਉਪਰਾਲਾ ਕਿਹਾ ਜਾ ਸਕਦਾ। ਦੇਖੋ, ਕੋਈ ਟੈਕਸ ਨਹੀਂ ਲਾਇਆ, ਪਰ ਟੈਕਸ ਦੀ ਕਲੈਕਸ਼ਨ ਜਿਹੜੀ ਆ ਉਹ ਵੱਧ ਰਹੀ ਹੈ। ਇਹਦਾ ਕਾਰਨ ਕੀ ਆ ਕਿ ਇਮਾਨਦਾਰੀ ਦੇ ਨਾਲ ਸਰਕਾਰ ਕੰਮ ਕਰ ਰਹੀ ਆ। ਸਰਦਾਰ ਭਗਵੰਤ ਸਿੰਘ ਮਾਨ ਜੀ ਸਵੇਰੇ ਅਰਲੀ ਮਾਰਨਿੰਗ ਉੱਠ ਕੇ ਮੀਟਿੰਗਾਂ ਲੈਣੀ ਸ਼ੁਰੂ ਕਰਦੇ ਨੇ, ਦੇਰ ਰਾਤ ਤੱਕ ਮੀਟਿੰਗਾਂ ਚੱਲਦੀਆਂ ਨੇ। ਮੈਂ ਪਿੱਛੇ ਦੇਖਿਆ ਕਿ ਪਹਿਲੀ ਵਾਰ ਹੋਇਆ ਕਿਸਾਨਾਂ ਦੇ ਨਾਲ 5 ਘੰਟੇ ਇੱਕ ਮੈਰਾਥਨ ਮੀਟਿੰਗ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਈ। ਇੱਥੋਂ ਇਹ ਜਿਹੜਾ ਸਾਫ਼ ਹੁੰਦਾ ਗਾ ਕਿ ਮਾਨ ਸਾਹਿਬ, ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਲੋਕਾਂ ਲਈ ਸੁਹਿਰਦ ਨੇ, ਨੇਕ ਨੇਗੇ ਔਰ ਉਸ ਨੇਕ ਨੀਤੀ ਤੇ ਕੰਮ ਕਰ ਰਹੇ ਨੇਗੇ। ਅਸੀਂ ਆਪਣੀ ਜਿਹੜੀ GST ਦੀ ਟੈਕਸ ਕਲੈਕਸ਼ਨ ਆ ਉਹ 'ਚ 27% ਦਾ ਵਾਧਾ ਰੱਖਿਆ ਗਿਆ। ਉਸ ਅਸੀਂ ਟੀਚੇ ਨੂੰ ਅਸੀਂ ਲਗਾਤਾਰ ਪ੍ਰਾਪਤ ਕਰ ਰਹੇ ਹਾਂਗੇ। ਔਰ ਇਸੇ ਤਰ੍ਹਾਂ ਸ਼ਰਾਬ ਦੇ ਵਿੱਚੋਂ ਪਹਿਲੀ ਵਾਰ ਵੱਡਾ ਵਾਧਾ ਹੋ ਰਿਹਾ, ਐਕਸਾਈਜ਼ ਦੇ ਵਿੱਚੋਂ ਵੱਡਾ ਵਾਧਾ ਹੋ ਰਿਹਾ। ਹੋਰ ਜਿਹੜੇ ਜਿੰਨੇ ਵੀ ਟੈਕਸ ਆ ਰਹੇ ਨੇ, ਜਿੰਨੇ ਵੀ ਟੈਕਸ ਸਟੇਟ ਨੂੰ ਉਹਨਾਂ ਵਿੱਚ ਇੱਕ ਵੱਡਾ ਵਾਧਾ ਅਸੀਂ ਦੇ ਟਾਰਗੇਟ ਫਿਕਸ ਕੀਤਾ ਗਿਆ ਸੀ ਕਿ ਇਸ ਦੇ ਵਿੱਚ ਜੇ 3000 ਆ ਰਿਹਾ ਤਾਂ ਉਹਨੂੰ ਅਸੀਂ 3500 ਕਰਨਾ, ਜੇ 3500 ਆ ਰਿਹਾ ਸੀ ਉਹਨੂੰ 4000 ਕਰਨਾ, ਜੇ 4000 ਆ ਰਿਹਾ ਸੀ ਉਹਨੂੰ 4500 ਕਰਨਾ। ਸੋ ਸਾਡਾ ਕੰਮ ਹੈ ਕਿ ਅਸੀਂ ਵਧਾਵਾਂਗੇ। ਜੇ ਸਾਡਾ ਟੈਕਸ ਦੀ ਕਲੈਕਸ਼ਨ ਜਿਹੜੀ ਆ ਵਧੂਗੀ ਤਾਂ ਮੈਂ ਸਮਝਦਾ ਸਾਰਾ ਪੈਸਾ ਖਜ਼ਾਨੇ 'ਚ ਆਊਗਾ। ਔਰ ਉਧਰੋਂ ਪੈਸਾ, ਟੈਕਸ ਦਾ ਪੈਸਾ ਖਜ਼ਾਨੇ 'ਚ ਆ ਰਿਹਾ, ਬੇਲੋੜੀਆਂ ਜਿਹੜੀਆਂ ਖਰਚੇ ਨੇ ਉਹ ਬੰਦ ਹੋ ਰਹੇ ਨੇ, ਤਾਂ ਸੂਬਾ ਡੈਫੀਨਿਟਲੀ ਤਰੱਕੀ ਵੱਲ ਜਾਊਗਾ। ਲੂਪ ਹੋਲਸ ਬੰਦ ਕੀਤੇ। ਬਿਲਕੁਲ ਬਿਲਕੁਲ। ਬੀਜੇਪੀ ਤੁਹਾਡੇ ਤੋਂ ਇਸ ਗੱਲ ਤੇ ਥੋੜਾ ਨਾ ਖੁਸ਼ ਹੈ, ਐਕਸਾਈਜ਼ ਪਾਲਿਸੀ ਨੂੰ ਜਿਹੜਾ ਤੁਸੀਂ ਲੈ ਕੇ ਆਏ ਹੋ। ਕਹਿੰਦੇ ਜੀ ਸ਼ਰਾਬ ਦੇ ਠੇਕੇ ਜਿਹੜੇ ਆ ਉਹ ਵਧਾਏ ਗਏ ਹੈ। ਖਾਸ ਕਰਕੇ ਉਹਨਾਂ ਨੇ ਗੱਲ ਕਿਹਾ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਤਖਤ ਨੇ ਜਾਂ ਜਿਹੜੇ ਸਾਈਡ ਧਾਰਮਿਕ ਪਾਸੇ ਨੇ ਉਹਨਾਂ ਦੇ ਆਸ-ਪਾਸ ਵੀ ਜਿਹੜੇ ਠੇਕੇ ਹੈਗੇ ਨੇ, ਉਸ ਤਰੀਕੇ ਨੂੰ ਬੰਦ ਕੀਤਾ ਜਾ ਸਕਦਾ ਹੈ। ਉਹਨਾਂ ਨਾਲ ਜਦੋਂ ਆਫ ਦਾ ਰਿਕਾਰਡ ਕਿਤੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕੁਰੂਕਸ਼ੇਤਰ ਜਿਵੇਂ ਕਿ ਇੱਕ ਧਾਰਮਿਕ ਸਥਲੀ ਹੈਗੀ, ਉਹਦੇ ਆਸ-ਪਾਸ ਜਿਹੜੀ ਹੈ ਹਰਿਆਣਾ ਸਰਕਾਰ ਨੇ ਕਿਸੇ ਤਰੀਕੇ ਦਾ ਠੇਕਾ ਜਾਂ ਇਸ ਤਰੀਕੇ ਦੀ ਸ਼ਰਾਬ ਜਿਹੜੀ ਹੈ ਉਹ ਨਹੀਂ ਉੱਧਰ ਕੀਤੀ। ਉਹ ਸਿਰਫ ਸੁਨੇਹਾ ਜਿਹੜਾ ਹੈਗਾ ਜਾਂ ਤੁਹਾਡੇ ਨਾਲ ਗੱਲਬਾਤ ਦੇ ਜ਼ਰੀਏ ਵੀ ਲੋਕਾਂ ਦੀ ਇੱਕ ਇਹ ਵੀ ਜਿਹੜਾ ਹੈਗਾ ਉਹ ਵਿਚਾਰ ਆ ਰਿਹਾ। ਦੇਖੋ, ਕੋਈ ਵੀ ਨਵਾਂ ਠੇਕਾ ਜਿਹੜਾ ਹੈਗਾ ਉਹ ਪੰਜਾਬ 'ਚ ਨਹੀਂ ਖੋਲ੍ਹਿਆ ਗਿਆ। ਔਰ ਜਿਹੜੇ ਧਾਰਮਿਕ ਸਥਾਨ ਸਾਡੀਆਂ ਜਿਹੜੀਆਂ ਐਜੂਕੇਸ਼ਨ ਇੰਸਟੀਟਿਊਸ਼ਨਸ ਨੇਗੀਆਂ ਉਹਨਾਂ ਦੇ ਨੇੜੇ ਬਿਲਕੁਲ ਬੈਨ ਲੱਗਿਆ ਹੈਗਾ। ਉਹ ਬਿਲਕੁਲ ਝੂਠ ਪ੍ਰਚਾਰ ਕਰ ਰਹੇ ਨੇ, ਕੂੜ ਦਾ ਪ੍ਰਚਾਰ ਕਰ ਰਹੇ ਨੇ, ਕਿਉਂਕਿ ਹਜ਼ਮ ਨਹੀਂ ਆ ਰਿਹਾ। ਐਕਚੁਅਲੀ ਜਿਹੜੇ ਲੋਕ ਨਾ ਸ਼ਰਾਬ ਦਾ ਮਾਫੀਆ ਚਲਾ ਰਹੇ ਸੀ ਉਹਨਾਂ ਨੂੰ ਇਹ ਲੱਗ ਰਿਹਾ ਹੈਗਾ ਕਿ ਸਰਕਾਰ 6200 ਤੋਂ 9600 ਕਰੋੜ ਤੱਕ ਦਾ ਟੀਚਾ ਪ੍ਰਾਪਤ ਨਾ ਕਰੇ। ਉਹ ਇਸੇ ਗੱਲ ਕਰਕੇ ਇਸ ਤਰ੍ਹਾਂ ਦੀ ਜਿਹੜੀਆਂ ਹੈਗੀਆਂ ਝੂਠ ਫਰੇਬ ਫੈਲਾਉਣ ਦਾ ਯਤਨ ਕਰਦੇ ਨੇਗੇ। ਪੰਜਾਬੀਆਂ ਨੂੰ ਪਤਾ ਗਾ, ਪੰਜਾਬ ਦੇ ਲੋਕਾਂ ਨੂੰ ਪਤਾ ਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਬੜੀ ਨੇਕ ਨੀਤੀ ਦੇ ਨਾਲ, ਬੜੇ ਸਾਫ਼ ਦਿਲ ਦੇ ਨਾਲ ਪੰਜਾਬ 'ਚ ਸਰਕਾਰ ਚਲਾ ਰਹੇ ਨੇ। ਔਰ ਸਰਕਾਰ ਜਿਹੜੀ ਆ ਉਹ ਹਰ ਕੰਮ ਜਿਹੜੀ ਆ ਉਹ ਇਮਾਨਦਾਰੀ ਦੇ ਨਾਲ, ਨੇਕ ਨੀਤੀ ਨਾਲ ਕਰ ਰਹੀ ਆ। ਹਰਪਾਲ ਜੀ, ਜਦੋਂ ਤੁਸੀਂ ਬਚਪਨ 'ਚ ਸੀਗੇ ਤੁਹਾਡੀ ਜ਼ਿੰਦਗੀ ਕਿਵੇਂ ਦੀ ਸੀਗੀ? ਤੁਸੀਂ ਕਿੱਦਾਂ ਦੇ ਪਰਿਵਾਰ ਤੋਂ ਸੀਗੇ? ਕੀ ਤੁਹਾਡੇ ਉਦੋਂ ਸੁਪਨੇ ਸੀਗੇ? ਕਿਉਂਕਿ ਐਡਵੋਕੇਟ ਤੁਸੀਂ ਬਣੇ ਬਾਅਦ ਬੜੇ ਮੋੜੇ ਘੋੜੇ ਆਉਂਦੇ ਨੇ ਜਦੋਂ ਇੱਕ ਬੱਚਾ ਹੁੰਦਾ ਕੋਈ। ਤੁਸੀਂ ਬੜੇ ਬੈਲੈਂਸਡ ਰਹੇ ਹੋ। ਜਦੋਂ ਆਪੋਜੀਸ਼ਨ 'ਚ ਵੀ ਸੀਗੇ, ਸੁਖਪਾਲ ਖਹਿਰਾ ਸੀਗੇ, ਉਹਨੂੰ ਹਟਾ ਕੇ ਉਦੋਂ ਤੁਹਾਡੀ ਆਪੋਜੀਸ਼ਨ 'ਚ ਸੀਗੇ ਮੇਨ ਜਿਹੜੀ ਵਿਧਾਨ ਸਭਾ 'ਚ, ਉਹ ਹਟ ਕੇ ਤੁਸੀਂ ਆਪੋਜੀਸ਼ਨ ਦੇ ਲੀਡਰ ਬਣ ਕੇ ਆਏ ਸੀਗੇ, ਲੀਡਰ ਆਫ ਆਪੋਜੀਸ਼ਨ। ਬੜੇ ਬੈਲੈਂਸਡ ਪਰਸਨੈਲਿਟੀ ਰਹੇ ਹੋ। ਤੁਹਾਨੂੰ ਕੋਈ ਕਦੀ ਅਸੀਂ ਗੁੱਸਾ ਆਉਂਦੇ ਨਹੀਂ ਦੇਖਿਆ, ਕਦੀ ਤਲੱਖੀ 'ਚ ਨਹੀਂ ਦੇਖਿਆ। ਬੜੇ ਬੈਲੈਂਸ ਤਰੀਕੇ ਦੇ ਨਾਲ ਆਪਣੀ ਤਕਰੀਰ ਦਿੰਦੇ ਹੋ, ਜਵਾਬ ਦਿੰਦੇ ਹੋ। ਦੇਖੋ, ਕੋਈ ਵੀ ਬੱਚਾ ਜਦੋਂ ਬਚਪਨ 'ਚ ਹੁੰਦਾ ਗਾ ਪਹਿਲੇ ਸੰਸਕਾਰ ਆਪਣੇ ਮਾਂ-ਬਾਪ ਤੋਂ ਸਿੱਖਦਾ ਗਾ, ਆਪਣੇ ਅਧਿਆਪਕ ਤੋਂ ਸਿੱਖਦਾ ਗਾ, ਆਪਣੇ ਆਲੇ ਦੁਆਲੇ ਤੋਂ ਸਿੱਖਦਾ ਗਾ, ਆਪਣੇ ਦੋਸਤਾਂ ਮਿੱਤਰਾਂ ਤੋਂ ਸਿੱਖਦਾ ਗਾ, ਆਪਣੇ ਰਿਸ਼ਤੇਦਾਰਾਂ ਤੋਂ ਸਿੱਖਦਾ ਗਾ। ਸੋ ਉਹ ਜਿਹੜਾ ਬਚਪਨ ਸੀ, ਬਚਪਨ ਤੋਂ ਲੈ ਕੇ ਜਵਾਨੀ ਤੱਕ, ਕਾਲਜ ਦੀ ਜਿਹੜੀ ਜ਼ਿੰਦਗੀ ਉਹਦੇ ਤੱਕ ਇੱਕ ਅੱਛਾ ਸਾਥ ਮਾਂ ਬਾਪ ਦਾ, ਮੇਰੇ ਮਾਤਾ ਪਿਤਾ ਨੇ ਦਿੱਤਾ।
ਔਰ ਉਸ ਤੋਂ ਬਿਨਾਂ ਮੇਰੇ ਦੋਸਤਾਂ ਨੇ ਔਰ ਮੇਰੇ ਪਰਿਵਾਰ ਨੇ ਦਿੱਤਾ। ਔਰ ਉਸ ਤੋਂ ਬਾਅਦ ਜਦੋਂ ਵਕਾਲਤ ਦੇ ਵਿੱਚ ਗਏ ਬਹੁਤ ਸਾਰੇ ਜੁਡੀਸ਼ੀਅਲ ਅਫਸਰ ਸਾਹਿਬਾਨ ਮਿਲੇ, ਉਹਨਾਂ ਦੀ ਅੱਛੀ ਗਾਈਡੈਂਸ ਮਿਲੀ। ਰਾਜਨੀਤੀ ਦੇ ਖੇਤਰ 'ਚ ਆਏ ਬਹੁਤ ਅੱਛੇ ਲੋਕ ਮਿਲੇ ਜਿਨ੍ਹਾਂ ਨੇ ਗਾਈਡ ਕੀਤਾ ਗਾ। ਸੋ ਇਹ ਸਾਰਾ ਕੁਝ ਜੇ ਅੱਜ ਤੁਹਾਡੇ ਸਾਹਮਣੇ ਮੈਂ ਬਤੌਰ ਵਿੱਤ ਮੰਤਰੀ ਗੱਲ ਕਰ ਰਿਹਾ ਤਾਂ ਮੈਂ ਸਮਝਦਾ ਇਹ ਸਾਰਾ ਮੇਰੇ ਪਰਿਵਾਰ ਦਾ, ਮੇਰੇ ਮਾਤਾ ਪਿਤਾ ਦਾ, ਮੇਰੇ ਪਰਿਵਾਰਕ ਮੈਂਬਰਾਂ ਦਾ, ਮੇਰੇ ਬੱਚਿਆਂ ਦਾ, ਉਹਨਾਂ ਦਾ, ਸਭ ਦਾ, ਦੋਸਤਾਂ ਮਿੱਤਰਾਂ ਦਾ ਬਹੁਤ ਵੱਡਾ ਇੱਕ ਯੋਗਦਾਨ ਮੇਰੀ ਜ਼ਿੰਦਗੀ 'ਚ ਰਿਹਾ ਗਾ, ਜਿਨ੍ਹਾਂ ਨੇ ਹਮੇਸ਼ਾ ਹੀ ਪੋਜ਼ਿਟਿਵ ਸੋਚ ਵੱਲ ਲੈ ਕੇ ਗਏ ਨੇ। ਕੋਈ ਨੈਗੇਟਿਵ ਸੋਚ ਦੀ ਗੱਲ ਨਹੀਂ ਕੀਤੀ ਹੈਗੀ। ਬੜੀਆਂ ਜਿਹੜੇ ਤੁਹਾਨੂੰ ਜ਼ਿੰਦਗੀ ਚੱਲਦੇ ਹੋ ਬਹੁਤ ਸਾਰੇ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ। ਤੁਹਾਡੀ ਜ਼ਿੰਦਗੀ 'ਚ ਬੜੇ ਉਤਰਾਅ ਚੜਾਅ ਆਉਂਦੇ ਨੇ ਕਿ ਬਹੁਤ ਸਾਰੇ ਕਈ ਵਾਰ ਤੁਸੀਂ ਥੱਲੇ ਚਲੇ ਜਾਂਦੇ ਹੋ, ਉੱਪਰ ਆ ਜਾਂਦੇ ਹੋ, ਪਰ ਲੇਕਿਨ ਮੈਂ ਸਮਝਦਾ ਤੁਹਾਨੂੰ ਬੈਲੈਂਸ ਰਹਿਣਾ ਚਾਹੀਦਾ ਔਰ ਤੁਹਾਨੂੰ ਜਿਹੜਾ ਹੈਗਾ ਸੋਸ਼ਲੀ ਵੀ ਆਪਣੀ ਤਰੱਕੀ 'ਚ, ਲੋਕਾਂ ਦੀ ਤਰੱਕੀ ਯੋਗਦਾਨ ਪਾਉਂਦਾ ਰਹਿਣਾ ਚਾਹੀਦਾ ਔਰ ਪਰਿਵਾਰ ਨੂੰ ਵੀ ਜਿਹੜਾ ਹੈਗਾ ਅੱਛੇ ਤਰੀਕੇ ਨਾਲ ਮੇਨਟੇਨ ਕਰਨਾ ਚਾਹੀਦਾ। ਔਰ ਇਹ ਸਾਰਾ ਕੁਝ ਜਿਹੜਾ ਹੈਗਾ ਲੋਕਾਂ ਦੇ ਪਿਆਰ, ਲੋਕਾਂ ਦੇ ਦੁਆਵਾਂ, ਤੁਹਾਡੇ ਵਰਗਿਆਂ ਦੀਆਂ ਦੁਆਵਾਂ ਦੇ ਸਦਕਾ ਹੀ ਇੱਥੇ ਅਸੀਂ ਪਹੁੰਚੇ। ਜਿਸ ਤਰੀਕੇ ਨਾਲ ਤੁਸੀਂ ਗੱਲਬਾਤ ਕਰਦੇ ਹੋ, ਡੈਫੀਨੇਟਲੀ ਇੱਕ ਵਕਾਲਤ ਦਾ ਕਿਤੇ ਨਾ ਕਿਤੇ ਪਿਛੋਕੜ ਪਤਾ ਲੱਗਦਾ ਹੈ। ਇੱਕ ਵਕੀਲ ਦੇ ਤੌਰ ਤੇ ਤਕਰੀਰ ਅੱਛੀ ਕਰਦੇ ਹੋ ਤੁਸੀਂ। ਹੁਣ ਤੁਸੀਂ ਡੈਫੀਨੇਟਲੀ ਪੋਲੀਟੀਕਲ ਲੀਡਰ ਬਣ ਗਏ ਅਤੇ ਉਸ ਤਰੀਕੇ ਦੇ ਨਾਲ ਤੁਹਾਡੇ ਸ਼ਬਦਾਂ ਦੇ ਵਿੱਚ ਜਾਂ ਤੁਹਾਡੇ ਭਾਸ਼ਣਾਂ ਦੇ ਵਿੱਚ ਵੀ ਇੱਕ ਸੋਲਿਡ ਆਪਣੇ ਆਪ ਦੇ ਵਿੱਚ ਹੁੰਦਾ ਹੈ, ਸਾਰੀਆਂ ਗੱਲਾਂ ਨੇ। ਪਰ ਜਦੋਂ ਤੁਸੀਂ ਬਚਪਨ 'ਚ ਸੀਗੇ ਜਾਂ ਕਾਲਜ 'ਚ ਆਏ ਸੀਗੇ, ਉਦੋਂ ਤੁਹਾਡੀਆਂ ਕੁਝ ਵੱਖ ਤਰ੍ਹਾਂ ਦੀਆਂ ਹੋਰ ਵੀ ਹੌਬੀਜ਼ ਸੀਗੀਆਂ? ਕਿਸ ਤਰ੍ਹਾਂ ਦੇ ਬੱਚੇ ਸੀ ਤੁਸੀਂ, ਜਾਂ ਕਿੱਦਾਂ ਦੀ ਹੌਬੀਜ਼ ਕਿਵੇਂ ਹੁੰਦੀ ਹੈ? ਕਿਸੇ ਬੱਚੇ ਨੂੰ ਪੇਂਟਿੰਗ ਦੀ ਬਹੁਤ ਸ਼ੌਕ ਹੁੰਦਾ ਹੈ, ਕੋਈ ਹੋਰ ਤਰੀਕੇ ਦੀਆਂ ਗੱਲਾਂ ਕਰਦਾ ਹੈ। ਤੁਹਾਡੇ ਕੀ ਸ਼ੌਕ ਰਹੇ ਨੇ? ਦੇਖੋ, ਮੇਰੇ ਯਾਦ ਆ ਕਿ ਬਚਪਨ ਦੇ ਵਿੱਚ ਮੈਨੂੰ ਅਖਬਾਰ ਪੜ੍ਹਨ ਦਾ ਬੜਾ ਸ਼ੌਕ ਸੀਗਾ। ਮਤਲਬ ਉਹਨਾਂ ਸਮਿਆਂ ਦੇ ਵਿੱਚ ਜਦੋਂ ਕਿ ਸਾਡੇ ਜਿਹੜਾ ਹੈਗਾ ਆਲੇ ਦੁਆਲੇ ਕਿਤੇ ਅਖਬਾਰ ਨਹੀਂ ਆਉਂਦਾ ਹੁੰਦਾ ਸੀ, ਮੈਂ ਆਪਦਾ ਅਖਬਾਰ ਜਾ ਕੇ ਬਾਜ਼ਾਰ 'ਚੋਂ ਖਰੀਦ ਕੇ ਲੈ ਕੇ ਆਉਂਦਾ ਸੀਗਾ, ਖਾਸ ਕਰਕੇ ਸੈਚਰਡੇ ਸੰਡੇ ਦਾ, ਕਿਉਂਕਿ ਉਦੋਂ ਸਕੂਲ ਛੋਟੇ ਸੀਗੇ, ਸਕੂਲ ਜਾਂਦੇ ਸੀਗੇ ਔਰ ਲਾਇਬ੍ਰੇਰੀ ਦੇ ਵਿੱਚ ਜਾਣ ਦਾ ਬੜਾ ਸ਼ੌਕ ਸੀਗਾ। ਬਿਲਕੁਲ ਖੇਡਦੇ ਵੀ ਸੀਗੇ, ਖੇਡਾਂ ਦੇ ਵਿੱਚ ਵੀ ਬੜਾ ਸ਼ੌਕ ਸੀਗਾ। ਪਰ ਪੋਲੀਟੀਕਲ ਜਿਹੜੀ ਚੇਸਟਾ ਸੀ ਉਹ ਸ਼ੁਰੂ ਤੋਂ ਸੀਗੀ ਕਿ ਸਿਸਟਮ ਨੂੰ ਦੇ ਵਿੱਚ ਜੇਕਰ ਆਏ ਤਾਂ ਪਹੁੰਚੇ ਇੱਥੇ ਤਾਂ ਸਿਸਟਮ ਨੂੰ ਕਿਵੇਂ ਬਦਲਣਾ ਗਾ, ਔਰ ਖਾਸ ਕਰਕੇ ਜੇ ਐਜੂਕੇਸ਼ਨ ਦੀ ਗੱਲ ਕਰੀਏ ਕਿ ਐਜੂਕੇਸ਼ਨ ਨੂੰ ਕਿਵੇਂ ਠੀਕ ਕਰਨਾ ਗਾ। ਜਿਹੜਾ ਸਿਸਟਮ ਜੋ ਅੱਜ ਸਾਡੀ ਪਾਰਟੀ ਦਾ ਵਿਜ਼ਨ ਹੈਗਾ, ਜੋ ਅੱਜ ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਜੋ ਜਿਹੜਾ ਹੈਗਾ ਇੱਕ ਮਾਰਗਦਰਸ਼ਨ ਕਰਕੇ ਇੱਕ ਦੇਸ਼ ਦੇ ਲੋਕਾਂ ਦੇ ਸਾਹਮਣੇ ਇੱਕ ਉਮੀਦ ਖੜੀ ਕੀਤੀ ਆ ਕਿ ਦੇਸ਼ ਦੇ ਵਿੱਚ ਅੱਛੀ ਐਜੂਕੇਸ਼ਨ ਹੋਊਗੀ, ਦੇਸ਼ ਦੇ ਵਿੱਚ ਅੱਛੇ ਸਿਹਤ ਸਹੂਲਤਾਂ ਹੋਣਗੀਆਂ, ਦੇਸ਼ ਦੇ ਵਿੱਚ ਬੇਸਿਕ ਜਿਹੜੀ ਇੰਡਸਟਰੀ ਆ ਉਹਦਾ ਵੱਡੇ ਪੱਧਰ 'ਤੇ ਆਊਗੀ, ਉਹ ਲੋਕਾਂ ਨੂੰ ਰੁਜ਼ਗਾਰ ਮਿਲੂਗਾ। ਉਹ ਸੁਪਨੇ ਜਿਹੜੇ ਨੇਗੇ ਉਹ ਬਚਪਨ ਦੇ ਵਿੱਚ ਸੀਗੇ। ਅੱਜ ਮੈਂ ਸਮਝਦਾ ਉਹਨਾਂ ਸੁਪਨਿਆਂ ਦੇ ਉੱਤੇ ਕੰਮ ਕਰਨ ਦਾ ਮੌਕਾ ਮਿਲਿਆਗਾ ਔਰ ਕੰਮ ਕਰ ਰਹੇ ਹਾਂਗੇ। ਔਰ ਇਹ ਸਾਡੇ, ਮੈਂ ਸਮਝਦਾ ਇਹ ਜਿਹੜੇ ਸਾਡੇ ਗੋਲ ਨੇ, ਜਿਹੜੇ ਸਾਡੇ ਟਾਰਗੇਟ ਨੇ, ਉਹ ਵੀ ਇੱਕ ਦਿਨ ਅਚੀਵ ਕਰਾਂਗੇ। ਪੈਂਡਾ ਬਹੁਤ ਲੰਬਾ ਹੈ। ਡਿਪਾਰਟਮੈਂਟ ਫਾਈਨੈਂਸ ਜਿਹੜਾ ਉਹ ਬੜਾ ਪੇਚ ਵਾਲਾ, ਪੇਚੀਦਾ ਹੈਗਾ। ਹਜੇ ਹੌਲੀ ਹੌਲੀ ਖਜ਼ਾਨਾ ਜ਼ਰੂਰ ਭਰ ਰਿਹਾ, ਪਰ ਫਿਰ ਵੀ 5 ਸਾਲ ਪਏ ਨੇ ਹਰਪਾਲ ਜੀ ਮੰਤਰੀ ਸਾਹਿਬ। ਬਿਲਕੁਲ, ਸਰਕਾਰ ਲੋਕਾਂ ਨੇ 5 ਸਾਲ ਹੀ ਚੁਣੀ ਹੈ ਜੀ। ਪੰਜਾਬ ਦੇ ਲੋਕਾਂ ਨੇ 117 ਵਿੱਚੋਂ 92 MLA ਆਮ ਆਦਮੀ ਪਾਰਟੀ ਦੇ ਚੁਣੇ ਨੇਗੇ ਔਰ 117 ਦੇ 17 MLA ਜਿਹੜੇ 5 ਸਾਲ ਹੀ ਚੁਣੇ ਗਏ ਨੇਗੇ। ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਇੱਕ ਸੁਹਿਰਦ ਤੇ ਨੇਕ, ਫਿਰ ਮੈਂ ਦੁਹਰਾ ਰਿਹਾ, ਜਿਹੜੀ ਉਹ ਪੰਜਾਬ ਦੀ ਅਗਵਾਈ ਕਰ ਰਹੇ ਨੇਗੇ। ਸੋ ਇਹਨਾਂ 5 ਸਾਲਾਂ ਦੇ ਵਿੱਚ ਸਾਡਾ ਟਾਰਗੇਟ ਆ ਕਿ ਜਿੰਨੀਆਂ ਸਾਡੀਆਂ ਕਮਿਟਮੈਂਟਸ, ਜਿੰਨੀਆਂ ਸਾਡੀਆਂ ਗਰੰਟੀਆਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ, ਸਰਦਾਰ ਭਗਵੰਤ ਸਿੰਘ ਮਾਨ ਨੇ ਦਿੱਤੀਆਂ ਨੇਗੀਆਂ, ਉਹ 100% ਪੂਰੀਆਂ ਕੀਤੀਆਂ ਜਾਣ ਔਰ ਪੰਜਾਬ ਦੇ ਖਜ਼ਾਨੇ ਨੂੰ ਵੀ ਤੰਦਰੁਸਤ ਕੀਤਾ ਜਾਵੇ। ਪੰਜਾਬ ਦਾ ਖਜ਼ਾਨਾ ਜੇ ਬਿਮਾਰ ਰਹੂਗਾ ਤਾਂ ਪੰਜਾਬ ਦੀ ਤਰੱਕੀ ਨਹੀਂ ਹੋ ਸਕਦੀ। ਸੋ ਪੰਜਾਬ ਦੇ ਖਜ਼ਾਨੇ ਨੂੰ ਤੰਦਰੁਸਤ ਕਿਵੇਂ ਕਰਨਾ, ਇਹ ਵੀ ਸਾਡੀ ਇੱਕ ਅਹਿਮ ਜ਼ਿੰਮੇਵਾਰੀ ਆ। ਉਹਦੇ 'ਤੇ ਵੀ ਕੰਮ ਕਰ ਰਹੇ ਹਾਂਗੇ ਔਰ ਸਾਨੂੰ ਪੂਰਨ ਆਸ ਹੈਗਾ ਜਿਸ ਤਰ੍ਹਾਂ ਦਾ ਸਹਿਯੋਗ, ਪਿਆਰ, ਸਤਿਕਾਰ ਪੰਜਾਬ ਦੇ ਲੋਕਾਂ ਨੇ ਦਿੱਤਾ ਗਾ ਕਿ ਅਸੀਂ ਇਹ ਸਾਰੇ ਜਿੰਨੇ ਸਾਡੇ ਟਾਰਗੇਟ ਨੇ, ਜਿੰਨੇ ਸਾਡੇ ਗੋਲ ਨੇ, ਉਹ ਪ੍ਰਾਪਤ ਕਰਾਂਗੇ। ਬਜਟ ਦੀ ਤੰਦਰੁਸਤੀ ਦੀ ਤੁਸੀਂ ਗੱਲ ਕੀਤੀ, ਕਿਸ ਤਰੀਕੇ ਨਾਲ? ਕੋਈ ਤਾਂ ਇਹਦੇ 'ਚ ਥੋੜ੍ਹਾ ਬਹੁਤਾ ਕੋਈ ਤੁਸੀਂ ਨਕਸ਼ਾ ਖਿੱਚਿਆ ਹੋਏਗਾ? ਬਿਲਕੁਲ, ਤੁਹਾਡੇ ਸਾਹਮਣੇ ਮੈਂ ਦੱਸ ਚੁੱਕਿਆ ਕਿ ਐਕਸਾਈਜ਼ ਦੇ ਵਿੱਚ ਅਸੀਂ ਨਕਸ਼ਾ ਖਿੱਚਿਆ ਹੈਗਾ, GST ਦੇ ਵਿੱਚ ਖਿੱਚਿਆ ਹੈਗਾ, ਕਿਉਂਕਿ ਪਿਛਲੇ 5 ਸਾਲ ਪੰਜਾਬ ਜਿਹੜਾ ਸੀਗਾ ਜਾਂ ਦੇਸ਼ ਦੇ ਸੂਬੇ ਸੀ ਜਿਹੜੇ, ਉਹ ਕੰਪਨਸੇਸ਼ਨ 'ਤੇ, GST ਦੇ ਕੰਪਨਸੇਸ਼ਨ 'ਤੇ ਡਿਪੈਂਡ ਕਰ ਰਹੇ ਸੀਗੇ। ਜਦੋਂ ਕੰਪਨਸੇਸ਼ਨ ਰਜੀਮ ਆਇਆ 1 ਜੁਲਾਈ 2017 ਨੂੰ, ਤਾਂ ਉਸ ਸਮੇਂ ਗਵਰਨਮੈਂਟ ਆਫ ਇੰਡੀਆ ਨੇ ਕਮਿਟਮੈਂਟ ਕੀਤੀ ਕਿ ਤੁਸੀਂ ਆਪਣੇ ਪੈਰਾਂ 'ਤੇ ਖੜੇ ਹੋਣ ਦਾ ਯਤਨ ਕਰੋ ਔਰ ਜੇਕਰ ਤੁਹਾਨੂੰ ਲੱਗਦਾ ਤੁਹਾਡੇ ਕਿਸੇ ਫਾਈਨਾਂਸ ਦੀ ਘਾਟ ਹੋਊਗੀ ਤਾਂ 14% ਤੱਕ ਅਸੀਂ ਜਿਹੜਾ ਹੈਗਾ ਉਹ ਪੂਰਾ ਕਰਾਂਗੇ। ਔਰ ਸਾਡੇ ਸੂਬੇ ਨੇ, ਸਾਡੇ ਸੂਬੇ ਦੇ ਪੁਰਾਣੇ ਸਰਕਾਰ ਨੇ ਇੱਕ ਵੀ ਸੁਹਿਰਦ ਯਤਨ ਨਹੀਂ ਕੀਤਾ ਔਰ ਉਸ 14% ਦੀ ਜਿਹੜੀ ਗਰੋਥ ਸੀਗੀ, 14% ਦੀ ਜਿਹੜੀ ਸਾਡੀ ਕੰਪਨਸੇਸ਼ਨ ਦੀ, ਉਹਦੇ 'ਤੇ ਡਿਪੈਂਡ ਕਰਦੇ ਰਹੇ। ਅੱਜ ਸਾਨੂੰ ਪੈਰਾਂ 'ਤੇ ਖੜੇ ਹੋਣ ਦੀ ਲੋੜ ਆ। ਸੋ ਬਿਲਕੁਲ ਅਸੀਂ ਪੈਰਾਂ 'ਤੇ ਖੜੇ ਹੋ ਰਹੇ ਹਾਂਗੇ ਔਰ ਸੂਬਾ ਜਿਹੜਾ ਆਪਣੇ ਪੈਰਾਂ 'ਤੇ ਜਦੋਂ ਖੜਾ ਹੋ ਗਿਆ, ਜਦੋਂ ਸੂਬੇ 'ਚ ਟੈਕਸ ਦੀ ਕਲੈਕਸ਼ਨ ਵੱਧ ਗਈ, ਤਾਂ ਮੈਂ ਸਮਝਦਾ ਜਿਹੜਾ ਤੁਸੀਂ ਜਿੱਦਾਂ ਗੱਲ ਕਹੀ ਆ ਕਿ ਖਜ਼ਾਨਾ ਵੀ ਤੰਦਰੁਸਤ ਹੋ ਜਾਊਗਾ।
ਹਰਪਾਲ ਜੀ, ਨੌਜਵਾਨੀ ਨੂੰ ਸਾਂਭਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਬਹੁਤ ਗੈਪ ਆਇਆ ਪਿੱਛੇ ਜਿਹੜਾ ਟਾਈਮ ਤੋਂ ਧਰਨੇ ਮੁਜ਼ਾਹਰੇ ਲਗਾਤਾਰ, ਤੁਸੀਂ ਵੀ ਆਪੋਜੀਸ਼ਨ 'ਚ ਸੀਗੇ, ਕਈ ਐਸੇ ਇਸ਼ੂ ਸੀ ਜਿਨ੍ਹਾਂ ਤੇ ਤੁਹਾਨੂੰ ਜਨਤਾ ਦੇ ਹੱਕ ਦੇ ਵਿੱਚ ਬਾਰ-ਬਾਰ ਖੜੇ ਹੋਣਾ ਪੈ ਰਿਹਾ ਸੀਗਾ। ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਹੈ ਇਸ ਸਾਰੀ ਚੀਜ਼ ਨੂੰ ਸੰਭਾਲੋ, ਕਿਉਂਕਿ ਨੌਜਵਾਨੀ ਜਿਹੜੀ ਜੇ ਆਪਾਂ ਗੱਲ ਕਰੀਏ ਤੇ ਵੋਟਰ ਵੀ ਇਸ ਟਾਈਮ ਬਹੁਤ ਵੱਡਾ ਹੈਗਾ, ਮਤਲਬ ਕਿ ਉਹ, ਮੇਰਾ ਕਹਿਣ ਦਾ ਮਤਲਬ ਹੈ ਕਿ ਉਹ ਉਸ ਏਜ ਵਿੱਚ ਆ ਚੁੱਕੇ ਨੇ ਜਿਨ੍ਹਾਂ ਨੂੰ ਦਿਸ਼ਾ ਦੇਣ ਦੀ ਬਹੁਤ ਲੋੜ ਹੈ ਇਸ ਟਾਈਮ। ਦੇਖੋ, ਜਦੋਂ ਇਲੈਕਸ਼ਨ ਹੋ ਰਹੀ ਸੀ ਤਾਂ ਪੰਜਾਬ ਵਿੱਚ ਥਾਂ ਦੇ ਉੱਤੇ ਸਾਡੇ ਮੁਲਾਜ਼ਮ ਵਰਗ ਨੇ, ਸਾਡੇ ਕੱਚੇ ਮੁਲਾਜ਼ਮਾਂ ਨੇ, ਕੰਟਰੈਕਟ ਦੇ ਮੁਲਾਜ਼ਮਾਂ ਨੇ ਧਰਨੇ ਲਾਏ ਹੋਏ ਸੀਗੇ। ਔਰ ਉਸ ਸਮੇਂ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ 36,000 ਕੰਮ ਅਸੀਂ ਪੱਕੇ ਕਰਤੇ। ਝੂਠੇ ਫਰਜ਼ੀ ਜਿਹੜੇ ਬੋਰਡ ਟਰੱਕਾਂ ਤੇ ਕਾਰਾਂ ਤੇ ਥਾਂ ਤੇ ਲਾਏ ਗਏ ਸੀ। ਔਰ ਉਸ ਸਮੇਂ ਅਸੀਂ ਕਮਿਟਮੈਂਟ ਕੀਤੀ ਸੀ ਕਿ ਅਸੀਂ ਤੁਹਾਨੂੰ ਪੱਕੇ ਕਰਾਂਗੇ। ਔਰ ਉਹਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਅਗਵਾਈ 'ਚ ਕਮੇਟੀ ਬਣਾਈ ਆ, ਔਰ ਉੱਥੇ ਕੰਮ ਹੋ ਰਿਹਾ ਹੈਗਾ। ਇਹ ਧਰਨੇ ਮੁਜ਼ਾਹਰੇ ਜਿਹੜੇ ਹੈਗੇ ਨੇ ਬੜੀ ਜਲਦੀ, ਵੈਸੇ ਤਾਂ ਖਤਮ ਹੋ ਚੁੱਕੇ ਨੇ ਪੰਜਾਬ ਵਿੱਚੋਂ, ਇੱਕਾ ਦੁੱਕਾ ਜਿੱਥੇ ਵੀ ਕੋਈ ਮਾੜੀ ਮੋਟੀ ਪ੍ਰੋਬਲਮ ਅਸੀਂ ਹੱਲ ਕਰ ਰਹੇ ਹਾਂ। ਅਸੀਂ ਹਰ ਰੋਜ਼ ਸਾਡੇ ਕੋਲੇ ਜਿਹੜੇ ਮੁਲਾਜ਼ਮ ਨੇ ਜਾਂ ਜਿਹੜੀਆਂ ਵੀ ਜਥੇਬੰਦੀਆਂ ਨੇ, ਕੋਈ ਇਹ ਨਹੀਂ ਹੈਗਾ ਕਿ ਉਹਨੂੰ ਟਾਈਮ ਲੈ ਕੇ ਆਉਣਾ ਪੈਂਦਾ ਗਾ। ਸਾਡੇ ਕੋਲ ਸਵੇਰੇ ਚਾਹੇ ਉਹ ਘਰ ਦੀ ਗੱਲ ਆ, ਚਾਹੇ ਆਫਿਸ ਦੀ ਗੱਲ ਆ, 10-10, 15-15 ਜਿਹੜੀ ਜਥੇਬੰਦੀਆਂ ਨੂੰ ਆ ਕੇ ਆਪਣਾ ਟਾਈਮ ਲਿਖਾਉਂਦੀਆਂ ਨੇ ਕਿ ਉਹਨਾਂ ਸਾਰੀਆਂ ਨੂੰ ਟਾਈਮ ਮਿਲਦਾ ਗਾ। ਅਸੀਂ ਗੱਲ ਕਰਦੇ ਹਾਂ ਉਹਨਾਂ ਨਾਲ, ਗੱਲ ਕਰਕੇ ਉਹਨਾਂ ਦਾ ਮਸਲਾ ਹੱਲ ਕਰਨ ਦਾ ਪਤਾ ਜੋ ਸਰਕਾਰ ਯਤਨ ਕਰ ਸਕਦੀ ਹੈ ਉਹ ਕਰ ਰਹੇ ਹੈਗੇ। ਸੋ ਅਸੀਂ ਸਾਰਿਆਂ ਨੂੰ ਜਿਹੜਾ ਹੈਗਾ ਇਨਸਾਫ ਦੇਣ ਦੇ ਲਈ ਵਚਨਬੱਧ ਹਾਂ। ਸੋ ਇਨਸਾਫ ਦੇਵਾਂਗੇ, ਸਮਾਂ ਜ਼ਰੂਰ ਲੱਗ ਜਾਂਦਾ ਹੈ। ਦੇਖੋ, ਐਡਾ ਲੰਬਾ 25-30 ਸਾਲ ਦਾ ਸਫ਼ਰ ਪੰਜਾਬ ਦਾ, ਜਿਹਦੇ ਵਿੱਚ ਸਿਰਫ ਬਰਬਾਦੀ ਹੋਈ ਆ, ਉਹਨੂੰ ਠੀਕ ਕਰਨ ਦੇ ਲਈ ਜੇ ਅਸੀਂ ਕਹਿ ਦਈਏ ਕਿ 4 ਮਹੀਨੇ ਕਾਫੀ ਨੇ, ਗਲਤ ਗੱਲ ਹੋਊਗੀ। ਸੋ ਉਹਦੇ ਲਈ ਸਾਨੂੰ ਸਮਾਂ ਚਾਹੀਦਾ। ਉਸ ਸਮੇਂ ਦੇ ਤਹਿਤ ਅਸੀਂ ਸਾਰਾ ਕੁਝ ਦਰੁਸਤ ਕਰ ਦਿਆਂਗੇ, ਠੀਕ ਕਰ ਦਿਆਂਗੇ। ਤੁਹਾਡੇ ਸਾਰੇ ਜਿਹੜੇ ਮੰਤਰੀ ਸੀਗੇ ਉਹ ਸਾਰੇ ਨਵੇਂ ਸੀਗੇ, ਤੁਹਾਡੇ MLAs ਵੀ ਤਕਰੀਬਨ ਕਾਫੀ ਜਿਹੜੇ ਸੀ ਨਵੇਂ ਵੀ ਬਹੁਤ ਆਏ ਸੀਗੇ। ਜਿਹੜੇ ਟ੍ਰੈਜਰੀ ਬੈਂਚਸ ਵੱਲ ਪਹਿਲੀ ਵਾਰ ਬੈਠੀ ਹੈ ਆਮ ਆਦਮੀ ਪਾਰਟੀ, ਆਪੋਜੀਸ਼ਨ ਜਿਹੜੀ ਹੈਗੀ ਹੈ ਉਹਨਾਂ ਨੂੰ ਹਜੇ ਵੀ ਨਹੀਂ ਯਕੀਨ ਆ ਰਿਹਾ। ਪਹਿਲੇ ਤਾਂ ਕਹਿੰਦੇ ਸੀ ਵਕਤ ਦਿਓ, ਟਾਈਮ ਦਿਓ, ਪਰ ਹੁਣ ਜੇ ਇੱਕ ਇੱਕ ਕਰਕੇ ਤੁਸੀਂ ਕਦਮ ਪੱਟੇ ਵੀ ਨੇ ਤਾਂ ਵੀ ਉਹ ਜਿਹੜੇ ਕਿਤੇ ਨਾ ਕਿਤੇ ਹਿਲਜੁਲ ਕਰਦੇ ਰਹਿੰਦੇ ਨੇ, ਜ਼ਿਆਦਾ ਸੈਟਿਸਫਾਈਡ ਨਹੀਂ ਹੈਗੇ। ਦੇਖੋ, ਆਪੋਜੀਸ਼ਨ ਦਾ ਸੈਟਿਸਫਾਈ ਹੋਣਾ ਜਾਂ ਨਾ ਹੋਣਾ ਕੋਈ ਮਾਇਨੇ ਨਹੀਂ ਰੱਖਦਾ ਹੈਗਾ। ਪੰਜਾਬ ਦੇ ਲੋਕ ਸੈਟਿਸਫਾਈ ਨੇ। ਪੰਜਾਬ ਦੇ ਆਮ ਲੋਕ ਨੇ ਜਿਹੜੇ, ਉਹ ਸਮਝਦੇ ਨੇ ਕਿ ਸਰਕਾਰ ਸਹੀ ਦਿਸ਼ਾ ਦੇ ਵਿੱਚ ਕੰਮ ਕਰ ਰਹੀ ਆ। ਉਹਨਾਂ ਚੰਦ ਵਿਅਕਤੀਆਂ ਦਾ ਜਿਹੜੇ ਸਿਰਫ ਰਾਜਨੀਤੀ ਕਰਨ ਲਈ ਆਏ ਨੇ, ਰਾਜਨੀਤੀ ਕਰਦੇ ਨੇਗੇ, ਉਹਨਾਂ ਦਾ ਸੈਟਿਸਫਾਈ ਹੋਣਾ ਪੰਜਾਬ ਲਈ ਕੋਈ ਮਾਇਨੇ ਨਹੀਂ ਰੱਖਦਾ। ਪੰਜਾਬ ਨੂੰ ਪਤਾ ਗਾ, ਪੰਜਾਬੀਆਂ ਨੂੰ ਪਤਾ ਗਾ ਕਿ ਇਹਨਾਂ ਬਾਦਲਾਂ ਨੇ, ਇਹਨਾਂ ਅਕਾਲੀ ਦਲ ਵਾਲਿਆਂ ਨੇ, ਇਹਨਾਂ BJP ਵਾਲਿਆਂ ਨੇ, ਇਹਨਾਂ ਕਾਂਗਰਸੀਆਂ ਨੇ ਪੰਜਾਬ ਦੇ ਕੀ ਹਾਲਾਤ ਬਣਾਏ ਨੇ। ਪੰਜਾਬ ਵਿੱਚ ਕੋਈ ਇੰਡਸਟਰੀ ਲਾਉਣ ਨੂੰ ਤਿਆਰ ਨਹੀਂ, ਪੰਜਾਬ ਵਿੱਚ ਇਨਵੈਸਟਮੈਂਟ ਨਹੀਂ ਆ ਰਹੀ। ਕਿਉਂ ਨਹੀਂ ਆਈ? ਕਿਉਂਕਿ ਇਹਨਾਂ ਨੇ ਪੰਜਾਬ ਵਿੱਚ ਗੈਂਗਸਟਰ ਪਾਲੇ, ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕੀਤਾ। ਮਤਲਬ ਇਹਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਆਪਦੇ ਤਾਂ ਇਹਨਾਂ ਨੇ 7 ਤਾਰਾ ਹੋਟਲ ਬਣਾ ਲਏ, ਆਪਦੀਆਂ ਤਾਂ ਗੱਡੀਆਂ ਦੀਆਂ ਫਲਾਈਟਾਂ ਖੜੀਆਂ ਕਰਤੀਆਂ, ਵੱਡੀਆਂ ਫਲੀਟਸ ਖੜੀਆਂ ਕਰਤੀਆਂ। ਆਪ ਤਾਂ ਇਹਨਾਂ ਨੇ ਜਿਹੜਾ ਹੈਗਾ ਬੜੇ ਮਹਿਲ ਖੜੇ ਕਰ ਲਏ, ਔਰ ਪੰਜਾਬ ਦੇ ਲੋਕਾਂ ਦੇ ਛੋਟੇ ਘਰ ਵੀ ਢਹਿ ਗਏ। ਸੋ ਇਹਨਾਂ ਨੂੰ ਕੋਈ ਨਹੀਂ ਹੁਣ ਪੁੱਛਦਾ। ਇਸ ਸਮੇਂ ਪੰਜਾਬ ਵਿੱਚ ਪੰਜਾਬ ਦੇ ਆਮ ਲੋਕਾਂ ਦੀ ਸਰਕਾਰ ਸਥਾਪਿਤ ਹੋ ਚੁੱਕੀ ਆ। ਸੋ ਪੰਜਾਬ ਦੇ ਲੋਕ ਖੁਸ਼ ਨੇਗੇ। ਇਹ ਚੰਦ ਜਿਹੜੇ ਪਰਿਵਾਰ ਰਾਜਨੀਤੀ ਕਰ ਰਹੇ ਨੇਗੇ, ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਇਹ ਪੰਜਾਬ ਦੀ ਸਿਆਸਤ ਦੇ ਵਿੱਚੋਂ ਮਨਫੀ ਹੋ ਜਾਣਗੇ। ਤੁਹਾਡੇ ਇੱਕ ਟੂਰਿਜ਼ਮ ਮਿਨਿਸਟਰ, ਉਹਨਾਂ ਦੇ ਬਾਰੇ 'ਚ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਾਰੀ ਇੱਕ ਲੈਟਰ ਜੀ ਘੁੰਮਦੀ ਨਜ਼ਰ ਆਈ ਸੀ, ਵਾਇਰਲ ਹੋਈ ਸੀਗੀ। ਕਹਿੰਦੇ ਜੀ ਉਹਨਾਂ ਨੇ ਜਿਹੜਾ ਉਹਨਾਂ ਨੂੰ ਰਿਹਾਇਸ਼, ਗਵਰਨਮੈਂਟ ਜਿਹੜੀ ਰਿਹਾਇਸ਼ ਮਿਲੀ ਹੈ ਉਸ ਦੀ ਉਹਨਾਂ ਨੇ ਰੈਨੋਵੇਸ਼ਨ ਕਰਵਾਉਣੀ ਹੈ। ਬਹੁਤ ਲੰਮਾ ਚੌੜਾ ਜਿਹੜਾ ਉਹਦੇ 'ਚ ਇੱਕ ਖਾਕਾ ਤੇ ਬਜਟ ਰੱਖਿਆ ਗਿਆ ਸੀ। ਜੇ ਬਜਟ ਦੀ ਗੱਲ ਆਉਂਦੀ ਤਾਂ ਤੁਹਾਨੂੰ ਯਾਦ ਕਰਨਾ ਹੀ ਪੈਂਦਾ। ਬਿਲਕੁਲ, ਸਾਰੇ ਜਿੰਨੇ ਵੀ ਸਾਡੇ ਮੰਤਰੀ ਸਾਹਿਬਾਨ ਨੇ ਜਾਂ ਸਾਡੇ ਜਿਨ੍ਹਾਂ ਨੂੰ ਵੀ ਕੋਈ ਕਿਤੇ ਮਕਾਨ ਅਲਾਟ ਹੋਇਆ, ਉਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੜਾ ਸਪਸ਼ਟ ਕੀਤਾ ਗਾ ਕਿ ਜਿਸ ਤਰ੍ਹਾਂ ਦੀ ਵੀ ਕੰਡੀਸ਼ਨ ਦੇ ਵਿੱਚ ਜਿਹੜਾ ਉਹ ਮਕਾਨ ਮਿਲਿਆ ਉਸੇ ਤਰ੍ਹਾਂ ਉਸ ਦੇ ਵਿੱਚ ਰਹਿਣ। ਹਾਂ ਠੀਕ ਆ, ਜਿਹੜੀ ਬੇਸਿਕ ਕੋਈ ਜਿਹੜੀ ਆ ਜ਼ਰੂਰਤ ਹੁੰਦੀ ਹੈ ਕਿਸੇ ਚੀਜ਼ ਨੂੰ ਚੇਂਜ ਕਰਨ ਦੀ, ਉਹ ਹੋਊਗੀ। ਕੋਈ ਐਕਸਟਰਾ ਜਿਹੜਾ ਹੈਗਾ ਕਿਤੇ ਵੀ ਨਹੀਂ ਲਾਇਆ ਜਾਊਗਾ। ਪਰ ਲੇਕਿਨ ਮੇਰੀ ਮਿਨਿਸਟਰ ਸਾਹਿਬਾਨ ਦੇ ਨਾਲ ਗੱਲ ਹੋਈ ਸੀ, ਕੋਈ ਇਸ ਤਰ੍ਹਾਂ ਦਾ ਲੈਟਰ ਜਿਹੜਾ ਉਹਨਾਂ ਨੇ ਜਾਰੀ ਨਹੀਂ ਕੀਤਾ ਹੈਗਾ। ਕਈ ਵਾਰ ਫੇਕ ਕਿਸਮ ਦੀਆਂ ਗੱਲਾਂ, ਝੂਠੀਆਂ ਕਿਸਮ ਦੀਆਂ ਗੱਲਾਂ ਆਪੋਜੀਸ਼ਨ ਪਾਰਟੀਆਂ ਸੋਸ਼ਲ ਮੀਡੀਆ 'ਤੇ ਕਰਦੀਆਂ ਰਹਿੰਦੀਆਂ ਨੇਗੀਆਂ, ਕਿਉਂਕਿ ਬਹੁਤ ਸਾਰਾ ਸੋਸ਼ਲ ਮੀਡੀਆ 'ਤੇ ਆਪਾਂ ਨੂੰ ਪਤਾ ਗਾ ਕਿ ਬਹੁਤ ਸਾਰਾ ਝੂਠ ਪਰੋਸਿਆ ਜਾਂਦਾ ਗਾ। ਸੋ ਬਿਲਕੁਲ ਜਿਹੜਾ ਹੈਗਾ ਇਹ ਸਖਤ ਨਿਰਦੇਸ਼ ਜਿਹੜੇ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪਹਿਲਾਂ ਹੀ ਜਾਰੀ ਕੀਤੇ ਹੋਏ ਨੇ। ਚੀਮਾ ਜੀ, ਜੇ ਤੁਸੀਂ ਪੋਲੀਟੀਸ਼ੀਅਨ ਨਾ ਹੁੰਦੇ ਤਾਂ ਕੀ ਹੁੰਦੇ? ਜੇ ਪੋਲੀਟੀਸ਼ੀਅਨ ਨਾ ਹੁੰਦਾ ਤਾਂ ਮੈਂ ਇੱਕ ਵਕੀਲ ਸੀਗਾ। ਹਾਂ, ਲੋਕਾਂ ਦੀ ਆਵਾਜ਼
ਕਚਹਿਰੀ 'ਚ ਬੁਲੰਦ ਕਰਦਾ ਸੀਗਾ। ਲੋਕਾਂ ਦੇ ਖੋਏ ਹੋਏ ਜਿਹੜੇ ਰਾਈਟਸ ਨੇ, ਅਧਿਕਾਰ ਨੇ, ਉਹਨਾਂ ਨੂੰ ਦਬਾਉਣ ਦੇ ਲਈ ਅਦਾਲਤ ਦੇ ਵਿੱਚ ਆਪਣੀ ਚਾਰਾਜੋਈ ਕਰਦਾ ਹੁੰਦਾ ਸੀਗਾ ਲੋਕਾਂ ਦੇ ਬਿਹਾਫ ਤੇ। ਤੇ ਹੁਣ ਪੰਜਾਬ ਦੇ ਲੋਕਾਂ ਦੇ ਜਿਹੜੀ ਆ ਉਹ ਵਿਧਾਨ ਸਭਾ 'ਚ ਪਿਛਲੇ 5 ਸਾਲ ਕਰਦਾ ਰਿਹਾ। ਜਦੋਂ ਆਪੋਜੀਸ਼ਨ ਦੇ ਵਿੱਚ ਸੀ ਉਦੋਂ ਵੀ ਚਾਰਾਜੋਈ ਕਰਦੇ ਰਹੇ, ਉਦੋਂ ਵੀ ਆਪਣਾ ਯਤਨ ਕਰਦੇ ਰਹੇ। ਹੁਣ ਸਰਕਾਰ ਬਣਾਈ ਆ, ਲੋਕਾਂ ਨੇ ਜ਼ਿੰਮੇਵਾਰੀ ਲਾਈ ਆ, ਤਾਂ ਜ਼ਿੰਮੇਵਾਰੀ ਨਿਭਾ ਰਹੇ ਹਾਂਗੇ ਔਰ 100% ਇਮਾਨਦਾਰੀ ਨਾਲ ਨਿਭਾਵਾਂਗੇ। ਵਕੀਲ ਬਣਨ ਤੋਂ ਇਲਾਵਾ ਵੀ ਕੁਝ ਸੋਚਿਆ ਸੀ, ਕੁਝ ਹੋਰ ਬਣਨਾ? ਬੱਚਿਆਂ ਦੇ ਮਨ 'ਚ ਹੁੰਦੀ ਹੈ ਨਾ, ਜਿਵੇਂ 3-4 ਟੀਚੇ ਮਿੱਥ ਕੇ ਬਹਿ ਜਾਂਦੇ ਵੀ ਮੈਂ ਪਾਇਲਟ ਨਾ ਬਣਿਆ ਤਾਂ ਉਹ ਬਣ ਜਾਗਾ, ਉਹ ਨਾ ਬਣਿਆ ਤਾਂ ਉਹ ਬਣ ਜਾਗਾ, ਨਹੀਂ ਤਾਂ IAS ਅਫਸਰ ਬਣ ਜਾਗਾ, ਨਹੀਂ ਤਾਂ ਵਕੀਲ। ਮੇਰੇ ਪਿਤਾ ਜੀ ਮਿਲਟਰੀ ਦੇ ਵਿੱਚ ਸੀਗੇ। ਮੇਰੇ ਪਿਤਾ ਜੀ ਦੇ ਮਿਲਟਰੀ ਦੇ ਵਿੱਚ ਸੀ। ਉਹਨਾਂ ਨੇ ਆਪਣੀ 62 ਦੀ ਤੇ 71 ਦੀ ਜਿਹੜੀ ਜੰਗ ਆ ਉਹ ਦੋਨੇ ਜੰਗਾਂ ਜਿਹੜੀਆਂ ਲੜੀਆਂ ਸੀਗੀਆਂ। ਔਰ ਉਹਨਾਂ ਦਾ ਵੀ ਇੱਕ ਸੀਗਾ ਕਿ ਮੈਂ ਜਿਹੜਾ ਹੈਗਾ ਆਪਣਾ ਮਿਲਟਰੀ ਦੇ ਵਿੱਚ ਜਾਵਾਂ, ਪਰ ਲੇਕਿਨ ਇਹ ਕਹਿੰਦੇ ਸੀਗੇ ਕਿ ਪੜ੍ਹਾਈ ਜਿਹੜੀ ਆ ਉਹ ਪਹਿਲਾਂ ਪੂਰੀ ਕਰੋ, ਅੱਛੇ ਅਹੁਦੇ 'ਤੇ ਜਾਣਾਗਾ, ਕਿਉਂਕਿ ਸਿਪਾਹੀ ਸੀਗੇ। ਉਹ ਕਹਿੰਦੇ ਸਿਪਾਹੀ ਨਹੀਂ, ਕਿਸੇ ਵੱਡੇ ਅਹੁਦੇ 'ਤੇ ਜਾਣਾਗਾ। ਜਦੋਂ ਜਾਂਦੇ ਜਾਂਦੇ ਦੋਸਤਾਂ ਮਿੱਤਰਾਂ ਨਾਲ ਮੇਲ ਹੋਇਆ, ਪਹਿਲਾਂ ਸੋਚਿਆ ਕਿ ਨਹੀਂ ਅਧਿਆਪਨ ਦੇ ਖੇਤਰ 'ਚ ਜਾਈਏ। ਫਿਰ ਇੱਕ ਦੋ ਦੋਸਤ ਇਸ ਤਰ੍ਹਾਂ ਦੇ ਮਿਲੇ, ਕਿਉਂਕਿ ਉਹਨਾਂ ਨੂੰ ਮੇਰੇ ਇੱਕ ਅੰਦਰਲੇ ਜਿਹੜਾ ਅੰਦਰ ਸੀ ਛੁਪਿਆ ਹੋਇਆ, ਉਹਦੇ ਬਾਰੇ ਉਹਨਾਂ ਨੇ ਮੈਨੂੰ ਪਛਾਣਿਆ ਕਿ ਨਹੀਂ ਤੂੰ ਸਿਆਸਤ 'ਚ ਆ ਸਕਦਾਗਾ, ਕਿਉਂਕਿ ਸਟੂਡੈਂਟ ਪੋਲੀਟਿਕਸ ਕਰਦੇ ਸੀਗੇ। ਉਹਨਾਂ ਨੇ ਕਿਹਾ ਵੀ ਇਸ ਦੇ ਲਈ ਜੇ ਪੋਲੀਟਿਕਸ ਕਰਨੀ ਆ ਤਾਂ ਤੁਹਾਡਾ ਵਕੀਲ ਜੇ ਤੁਸੀਂ ਬਣ ਜਾਓ, ਵਕਾਲਤ ਕਰੋ ਤਾਂ ਹੋਰ ਵੀ ਸੌਖਾ ਹੋ ਜਾਂਦਾ। ਸੋ ਇਸ ਖੇਤਰ ਨੂੰ ਚੁਣਿਆ। ਜਿਹੜਾ ਸਟੂਡੈਂਟ ਪੋਲੀਟਿਕਸ ਦੀ ਤੁਸੀਂ ਗੱਲ ਕੀਤੀ, ਸਟੂਡੈਂਟ ਪੋਲੀਟਿਕਸ ਨੇ ਬਹੁਤ ਚੰਗੇ ਜਿਹੜੇ ਨੇ ਰਾਜਨੇਤਾ ਦਿੱਤੇ ਨੇ, ਲੀਡਰਸ ਦਿੱਤੇ ਨੇ, ਪੋਲੀਟੀਸ਼ੀਅਨਸ ਦਿੱਤੇ ਨੇ। ਉਹਦੇ ਵਿੱਚੋਂ ਤੁਸੀਂ ਵੀ ਇੱਕ ਉੱਭਰ ਕੇ ਆਏ ਹੈਗੇ ਹੋ। ਤੁਸੀਂ ਆਪ ਗੱਲ ਕੀਤੀ ਮੈਂ ਸਟੂਡੈਂਟ ਪੋਲੀਟਿਕਸ ਤੋਂ ਤੁਰਿਆ ਹੋਇਆ। ਪਰ ਕਿਤੇ ਨਾ ਕਿਤੇ ਜਦੋਂ ਪੋਲੀਟਿਕਸ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ, ਸਟੂਡੈਂਟਸ ਦੇ ਖਾਸ ਕਾਲਜ ਦੇ ਵਿੱਚ, ਸਕੂਲਸ ਦੇ ਵਿੱਚ ਜਦੋਂ ਸ਼ੁਰੂ ਹੁੰਦੇ ਆ, ਯੂਨੀਵਰਸਿਟੀ ਲੈਵਲ 'ਚ ਜਦੋਂ ਆਉਂਦੇ ਆ, ਉੱਥੇ ਕਿਤੇ ਨਾ ਕਿਤੇ ਭਟਕ ਵੀ ਜਾਂਦੇ ਨੇ। ਮੈਂ ਨਹੀਂ ਕਹਾਂਗੀ ਕਿ ਉਹ ਕਿਸੇ ਰਾਜਨੀਤੀ ਦੇ ਵਿੱਚ ਆ ਕੇ ਭਟਕਦੇ, ਪਰ ਕਈ ਵਾਰੀ ਉਹ ਪਾਰਟੀਆਂ ਦੇ ਉਸ ਪਰਿਵੇਸ਼ ਦੇ ਵਿੱਚ ਕਿਤੇ ਨਾ ਕਿਤੇ ਭਟਕ ਵੀ ਜਾਂਦੇ। ਬਿਲਕੁਲ, ਜਿਹੜੀ ਜਵਾਨੀ ਦੀ ਅਵਸਥਾ ਹੁੰਦੀ ਆ, ਜਦੋਂ ਬੰਦਾ ਕਾਲਜ ਜਾਂਦਾ ਗਾ ਜਾਂ ਸਕੂਲ ਜਾਂਦਾ ਗਾ ਜਾਂ ਸਕੂਲ ਦੇ ਆਖਰੀ ਪੜਾਅ 'ਤੇ ਹੁੰਦਾ ਗਾ ਔਰ ਕਾਲਜ 'ਚ ਐਂਟਰ ਕਰ ਰਿਹਾ ਹੁੰਦਾ, ਔਰ ਬਹੁਤ ਸਾਰੇ ਜਿਹੜੀਆਂ ਹਰੇਕ ਬੱਚੇ ਦੇ ਸਾਹਮਣੇ ਨਵੇਂ ਚੈਲੰਜਸ ਹੁੰਦੇ ਨੇ ਕਿ ਉਹਨਾਂ ਨੂੰ ਚੈਲੰਜ ਨੂੰ ਜਿਹੜਾ ਕਬੂਲ ਵੀ ਕਰਦਾ ਗਾ। ਔਰ ਬਹੁਤ ਸਾਰੇ ਬੱਚੇ ਜਿਹੜੇ ਨੇ ਬਹੁਤ ਆਪਣੇ ਟਾਰਗੇਟ ਨੂੰ ਅਚੀਵ ਕਰ ਲੈਂਦੇ ਨੇਗੇ। ਸੋ ਉਦੋਂ ਮਾਂ-ਬਾਪ, ਤੁਹਾਡੇ ਮਾਤਾ-ਪਿਤਾ, ਤੁਹਾਡਾ ਆਲਾ ਦਾਲਾ, ਤੁਹਾਡੇ ਦੋਸਤ ਮਿੱਤਰ ਕਿਸ ਤਰ੍ਹਾਂ ਦਾ ਰੋਲ ਅਦਾ ਕਰਦੇ, ਇਹ ਵੀ ਤੁਹਾਡੀ ਜ਼ਿੰਦਗੀ 'ਚ ਅਹਿਮ ਰਹਿੰਦਾ ਗਾ। ਸੋ ਬਿਲਕੁਲ ਮੈਂ ਸਮਝਦਾ ਸਾਰੇ ਬੱਚਿਆਂ ਨੂੰ ਤਰੱਕੀ ਦੇ ਲਈ, ਅੱਛੀ ਪੜ੍ਹਾਈ ਦੇ ਲਈ ਆਪਣਾ ਜਿਹੜਾ ਹੈਗਾ ਟਾਈਮ ਦੇਣਾ ਚਾਹੀਦਾ। ਮੈਕਸੀਮਮ ਟਾਈਮ ਜਿਹੜਾ ਹੈਗਾ ਉਹ ਐਜੂਕੇਸ਼ਨ 'ਤੇ ਯੰਗ ਅਵਸਥਾ ਦੇ ਵਿੱਚ ਆਪਣਾ ਲਾਉਣਾ ਚਾਹੀਦਾ, ਤਾਂ ਕਿ ਜਦੋਂ ਬੰਦਾ ਇੱਕ ਅੱਛੀ ਪੜ੍ਹਾਈ ਕਰ ਲੈਂਦਾ, ਅੱਛੀ ਡਿਗਰੀ ਹਾਸਲ ਕਰ ਲੈਂਦਾ ਗਾ, ਤਾਂ ਮੈਂ ਸਮਝਦਾ ਉਹ ਚਾਹੇ ਬਿਜ਼ਨਸ ਕਰੇ, ਚਾਹੇ ਸਰਕਾਰੀ ਨੌਕਰੀ 'ਚ ਆਵੇ, ਚਾਹੇ ਪੋਲੀਟਿਕਸ 'ਚ ਆਵੇ ਜਾਂ ਕਿਸੇ ਹੋਰ ਕੰਮ 'ਚ ਆਵੇ, ਤਾਂ ਉਹ ਕਾਮਯਾਬ ਹੁੰਦਾ ਗਾ। ਲੋਕਾਂ ਨੂੰ ਤੇ ਨੌਜਵਾਨੀ ਨੂੰ ਸੁਨੇਹਾ, ਆਖਰੀ ਗੱਲਬਾਤ। ਦੇਖੋ, ਮੈਂ ਤਾਂ ਇੰਨੀ ਬੇਨਤੀ ਕਰੂੰਗਾ ਸਾਡੇ ਯੰਗਸਟਰ ਨੂੰ, ਨੌਜਵਾਨ ਮੁੰਡੇ ਕੁੜੀਆਂ ਨੂੰ, ਕਿ ਆਪਣਾ ਜਿਹੜਾ ਕੀਮਤੀ ਸਮਾਂ ਗਾ ਉਹਨੂੰ ਅਜ਼ਾਈ ਨਾ ਗਵਾਓ। ਅੱਛੀ ਐਜੂਕੇਸ਼ਨ, ਅੱਛੀ ਤਾਮੀਲ, ਅੱਛੀ ਵਿੱਦਿਆ ਹਾਸਲ ਕਰੋ। ਔਰ ਜਿਹੜੇ ਵੀ ਖੇਤਰ ਤੁਸੀਂ ਜਾਣਾ ਚਾਹੁੰਦੇ ਹੋ, ਚਾਹੇ ਬਿਜ਼ਨਸ ਕਰਨਾ ਚਾਹੁੰਦੇ ਹੋ, ਚਾਹੇ ਜਿਹੜਾ ਹੈਗਾ ਕਿਸੇ ਨੌਕਰੀ 'ਚ ਆਉਣਾ ਚਾਹੁੰਦੇ ਹੋ ਜਾਂ ਕੋਈ ਹੋਰ ਕਾਰੋਬਾਰ ਕਰਨਾ ਚਾਹੁੰਦਾ, ਉਹਦੇ ਪ੍ਰਤੀ 100% ਕਮਿਟਡ ਰਹੋ, ਇਮਾਨਦਾਰ ਰਹੋ। ਜੋ 100% ਕਮਿਟਡ ਹੋਵੋਗੇ, ਇਮਾਨਦਾਰ ਹੋਵੋਗੇ, ਤਾਂ ਮੈਂ ਸਮਝਦਾ ਸਕਸੈਸ ਆ ਜਿਹੜੀ ਸਫਲਤਾ ਤੁਹਾਨੂੰ ਆ ਕੇ ਤੁਹਾਡੇ ਕਦਮਾਂ ਨੂੰ ਚੁੰਮੂਗੀ। ਔਰ ਦੂਜਾ ਮੇਰਾ ਪੰਜਾਬ ਦੇ ਸਾਰੇ ਵਰਗਾਂ ਨੂੰ ਇਹ ਸੁਨੇਹਾ ਹੈਗਾ, ਇਹੀ ਜਿਹੜੀ ਬੇਨਤੀ ਆ ਸਿਨੇਮਰ, ਕਿ ਸਾਰੇ ਜਾਣੇ ਜਿਹੜਾ ਹੈਗਾ ਸਰਕਾਰ ਲਗਾਤਾਰ ਤੁਹਾਡੀ ਭਲਾਈ ਦੇ ਲਈ, ਲਗਾਤਾਰ ਤੁਹਾਡੀ ਜਿਹੜੀ ਜ਼ਿੰਦਗੀ ਨੂੰ, ਤੁਹਾਡੇ ਜੀਵਨ ਨੂੰ ਸੁਧਾਰਨ ਦੇ ਲਈ ਯਤਨ ਕਰ ਰਹੀ ਆ। ਸੋ ਸਰਕਾਰ ਦਾ ਸਾਥ ਦਿਓ। ਔਰ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਿਹੜਾ ਹੈਗਾ ਭਾਰਤ ਦੇ ਮੱਥੇ 'ਤੇ ਚੰਨ ਹੋਊਗਾ ਔਰ ਨੰਬਰ 1 ਸੂਬਾ ਦੁਬਾਰਾ ਬਣਾਵਾਂਗੇ। ਅੱਜ ਜੋ ਰੰਗਲਾ ਸੂਬਾ ਬਣਾਵਾਂਗੇ, ਜੋ ਹਾਲਾਤ ਅੱਜ ਪੰਜਾਬ ਦੇ ਇਹਨਾਂ ਜਿਹੜੇ ਟ੍ਰੈਡੀਸ਼ਨਲ ਰਵਾਇਤੀ ਪੋਲੀਟੀਸ਼ੀਅਨ ਨੇ ਕੀਤੇ ਨੇਗੇ, ਉਸ ਮੰਝਧਾਰ 'ਚੋਂ ਪੰਜਾਬ ਨੂੰ ਕੱਢ ਕੇ ਬਾਹਰ ਲੈ ਕੇ ਆਵਾਂਗੇ। ਬਹੁਤ ਬਹੁਤ ਧੰਨਵਾਦ ਮੰਤਰੀ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਇਹ ਸਾਡੇ ਨਾਲ ਸੀਗੇ ਹਰਪਾਲ ਚੀਮਾ। 5 ਸਾਲ ਦਾ ਛੋਟਾ ਜਿਹਾ ਵਕਫਾ, 2 ਵਾਰੀ MLA, ਲੀਡਰ ਆਫ ਆਪੋਜੀਸ਼ਨ ਤੇ ਅੱਜ ਮੰਤਰੀ ਨੇ। ਬਹੁਤ ਪੜ੍ਹੇ ਲਿਖੇ ਨੇ, ਸੂਝਵਾਨ ਨੇ, ਔਰ ਸਭ ਤੋਂ ਵੱਡੀ ਗੱਲ ਹੈ ਲੋ ਪ੍ਰੋਫਾਈਲ ਨੇ। ਬਹੁਤ ਹੀ ਜਿਹਨੂੰ ਕਹਿੰਦੇ ਆ ਨਾ ਕਿ ਮਿਲਨਸਾਰ ਸ਼ਖਸੀਅਤ, ਉਸ ਤਰ੍ਹਾਂ ਦੇ ਇਨਸਾਨ ਨੇ। ਸਾਈਕੋਲੋਜਿਸਟ ਵੀ ਨੇ ਮੈਨੂੰ ਲੱਗਦਾ ਹੈ, ਕਿਉਂਕਿ ਅੱਜ ਮੈਂ ਜਿਹੜੇ ਸਵਾਲ ਸੋਚ ਕੇ ਆਈ ਸੀ ਉਹਨਾਂ ਦੇ ਬਹੁਤ ਸਾਰੇ ਜਵਾਬ ਇਹਨਾਂ ਨੇ ਪਹਿਲੇ ਹੀ ਦੇ ਦਿੱਤੇ। ਪਰ ਉਸ ਦੇ ਨਾਲ ਜਿਹੜੇ ਹੈਗੇ ਨੇ ਇੱਕ ਠਰਮਾ, ਉਹ ਬਹੁਤ ਜ਼ਰੂਰੀ ਹੈਗਾ। ਔਖਾ ਪੈਂਡਾ ਜ਼ਰੂਰ ਹੈ, ਔਖਾ ਇਹਨਾਂ ਦਾ ਵਿਭਾਗ ਵੀ ਹੈਗਾ, ਜਿਹੜਾ ਡਿਪਾਰਟਮੈਂਟ ਹੈ, ਮਹਿਕਮਾ ਫਾਈਨੈਂਸ, ਉਧੇੜਬੁਣ ਬਹੁਤ ਹੈ, ਫਿਗਰਸ ਦੀ ਬਹੁਤ ਗੱਲ ਹੁੰਦੀ ਹੈ। ਪਰ ਬਾਵਜੂਦ ਉਸ ਦੇ ਪੰਜਾਬ ਨੂੰ ਬਦਲਣ ਦੀ,
ਉਹਦੀ ਤਸਵੀਰ 'ਚ ਕੁਝ ਨਵੇਂ ਰੰਗ ਭਰਨ ਦੀ ਉਮੀਦ ਤੇ ਉਸ ਦੇ ਨਾਲ ਹੀ ਇਹਨਾਂ ਨੇ ਜਿਹੜਾ ਤਹਈਆ ਕੀਤਾ ਹੈ ਉਹ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨੂੰ ਬੈਸਟ ਆਫ ਲੱਕ ਕਹਿੰਦੇ ਆ ਕਿ ਰੰਗ ਜ਼ਰੂਰ ਲਿਆਵੇ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।